ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਸਾਡੀ ਕਲਾਸ ਦਾ ਵਿਸ਼ਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ, ਬਾਣੀ ਤੇ ਸਿੱਖਿਆ ਦੇ ਉੱਤੇ ਆਧਾਰਿਤ ਹੈ। ਜਿਸ ਤਰ੍ਹਾਂ ਕੱਲ ਬੇਨਤੀ ਕੀਤੀ ਸੀ, ਸਿੱਖ ਜਗਤ ਨੇ ਸਤਿਗੁਰੂ ਜੀ ਦਾ ਪਾਵਨ ਆਗਮਨ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਹੈ। ਔਰ ਇਹ ਕੁਝ ਥਾਵਾਂ ਤੇ ਹਾਲੇ ਐਤਵਾਰ ਉਸ ਤੋਂ ਬਾਅਦ ਵੀ ਇਹ ਮਨਾਇਆ ਜਾਏਗਾ। ਉਸੇ ਸੰਬੰਧ ਵਿੱਚ ਜੋ ਕਰੰਟ ਟੌਪਿਕ ਚੱਲਦੇ ਹਨ, ਅੱਜ ਦਾ ਇਹ ਵਿਸ਼ਾ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੇ ਸਿੱਖਿਆ ਤੇ ਸੰਬੰਧਿਤ ਹੈ। ਇਹ ਵਿਚਾਰ ਸਾਡੇ ਨਾਲ ਕੈਪਟਨ ਯਸ਼ਪਾਲ ਸਿੰਘ ਜੀ ਸਾਂਝੇ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਕੈਪਟਨ ਯਸ਼ਪਾਲ ਸਿੰਘ ਜੀ ਨੂੰ ਕਿ ਅੱਜ ਦਾ ਆਪਣਾ ਇਹ ਵਿਸ਼ਾ ਸ਼ੁਰੂ ਕਰਨ। ਕੈਪਟਨ ਯਸ਼ਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਮੀਟਿੰਗ ਰਾਹੀਂ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣ ਲਈ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਬੜੇ ਚਾਅ ਦੇ ਨਾਲ ਮਨਾ ਕੇ ਹਟੇ ਹਾਂ। ਸੋ ਗੁਰਪੁਰਬ ਮਨਾਏ ਤਾਂ ਹੀ ਸਫਲ ਹਨ ਜੇ ਅਸੀਂ ਗੁਰੂ ਸਾਹਿਬ ਜੀ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਸਮਝੀਏ ਤੇ ਆਪਣੇ ਜੀਵਨ ਵਿੱਚ ਕਮਾਈਏ। ਸੋ ਸ਼ੁਰੂ ਕਰਦੇ ਹਾਂ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਭੱਟਾਂ ਦੇ ਸਵਈਆਂ ਵਿੱਚ ਪੰਕਤੀ ਹੈ। ਕਬ ਅਰਥਾਤ ਕਵੀ, ਕੱਲ ਭੱਟ ਕੱਲ ਦਾ ਇਹ ਨਾਮ ਹੈਗਾ। ਕਹਿੰਦੇ ਕਵੀ ਕੱਲ ਜਾਂ ਭੱਟ ਕੱਲ ਗੁਰੂ ਨਾਨਕ ਦਾ ਸੁਜਸ ਗਾਉਂਦਾ ਹੈ। ਮੈਂ ਕਵੀ ਕੱਲ ਸੁਜਸ ਮੈਨੇ ਸੋਹਣਾ ਜਸ, ਸੋਹਣੀ ਸੋਭਾ ਗਾਉਣਾ ਹਾਂ ਗੁਰੂ ਨਾਨਕ ਦੀ। ਉਹ ਗੁਰੂ ਨਾਨਕ ਨੇ ਕੀ ਕੀਤਾ? ਰਾਜ ਜੋਗ ਜਿਨ ਮਾਣਿਓ। ਰਾਜਯੋਗ ਦਾ ਮਾਰਗ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦੱਸਿਆ, ਅਰਥਾਤ ਗੁਰੂ ਨਾਨਕ ਪਾਤਸ਼ਾਹ ਗ੍ਰਸਤੀ ਵੀ ਸਨ, ਰਾਜੇ ਵੀ ਸਨ, ਪਰਿਵਾਰ ਵਾਲੇ ਸੀ, ਪਦਾਰਥ ਸੀ, ਕਿਰਤ ਕਰਦੇ ਸੀ ਤੇ ਜੋਗ ਜੁੜੇ ਹੋਏ ਵੀ ਸੀ। ਗ੍ਰਸਤ ਵਿੱਚ ਰਹਿ ਕੇ, ਪਦਾਰਥਾਂ ਤੋਂ ਨਿਰਲੇਪ ਲੈ ਕੇ, ਮਾਇਆ ਤੋਂ ਨਿਰਲੇਪ ਰਹਿ ਕੇ ਉਹ ਅਕਾਲ ਪੁਰਖ ਪਰਮਾਤਮਾ ਨਾਲ ਜੁੜੇ ਹੋਏ ਸੀ। ਤੇ ਉਸ ਰਾਜਯੋਗੀ ਗੁਰੂ ਨਾਨਕ ਪਾਤਸ਼ਾਹ ਦਾ ਸੁਜਸ ਮੈਂ ਗਾਉਣਾ ਹਾਂ। ਹੁਣ ਦੇਖੀਏ, ਥੋੜਾ ਜਿਹਾ ਭੂਮਿਕਾ ਬੰਨੀ ਹੈ। ਇਹ ਬਲਵੰਡ ਅਤੇ ਸੱਤਿਆ ਡੂਮ ਆਖੀ ਦੀ ਜਿਹੜੀ ਵਾਰ ਹੈ ਰਾਮਕਲੀ ਰਾਗ ਵਿੱਚ, ਉਹ ਚੋਂ ਕੁਛ ਇੱਕ ਪੰਕਤੀ ਲਈਏ। ਨਾਨਕ ਕੱਕੇ ਨੂੰ ਸਿਹਾਰੀਏ, ਨਾਨਕ ਨੇ ਰਾਜ ਚਲਾਇਆ, ਸਚ ਕੋਟ ਸਤਾਣੀ ਨੀਵਦੈ। ਤਾਣ ਦਾ ਮਤਲਬ ਹੁੰਦਾ ਤਾਕਤ, ਤਾਣੀ ਮੈਨੇ ਤਾਕਤ ਵਾਲੀ, ਸਤਾਣੀ ਅਰਥਾਤ ਤਾਕਤ ਸਹਿਤ, ਤਾਕਤ ਵਾਲੀ, ਬੜੀ ਸਟਰੋਂਗ, ਮਜ਼ਬੂਤ ਨੀਂਵ ਦੇ ਕੇ ਸੱਚ ਦਾ ਰੂਪ, ਸੱਚ ਰੂਪੀ ਕਿਲਾ ਜਿਹੜਾ ਸੀ ਗੁਰੂ ਸਾਹਿਬ ਨੇ ਉਸਾਰਿਆ, ਉਹਦੀ ਬੜੀ ਪੱਕੀ ਨੀਂਹ ਰੱਖੀ, ਧਰਮ ਦਾ ਰਾਜ ਚਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦਾ ਰਾਜ ਚਲਾਇਆ। ਥੋੜਾ ਜਿਹਾ ਇਹ ਤੇ ਵਿਸਥਾਰ ਕਰੀਏ ਮਾੜਾ ਜਿਹਾ ਕਿ ਗੁਰੂ ਸਾਹਿਬ ਨੇ ਇਹ ਸਤਾਣੀ ਨੀਂਵ ਕਿਵੇਂ ਤਿਆਰ ਕੀਤੀ। ਨੀਂਵ ਸਤਾਣੀ ਤਿਆਰ ਕਰਨ ਦਾ ਕੀ ਮਤਲਬ ਹੈ? ਇਸੇ ਵਾਰ ਵਿੱਚ ਸਾਨੂੰ ਇਹ ਸਿੱਖੀ ਦੀ ਜੋ ਮੁੱਢ ਵੱਜਦਾ ਹੈ ਜਾਂ ਇਹਦਾ ਵਿਸਥਾਰ ਹੁੰਦਾ ਹੈ, ਇਹ ਕਾਫੀਆਂ ਸਿਧਾਂਤਕ ਗੱਲਾਂ ਸਾਨੂੰ ਪਤਾ ਲੱਗਦੀਆਂ ਜੋ ਅੱਜ ਸਾਨੂੰ ਆਪਣੇ ਘਰਾਂ ਨੂੰ, ਆਪਣੇ ਵਪਾਰ ਨੂੰ, ਕੰਪਨੀ ਨੂੰ, ਸੰਸਥਾ ਨੂੰ ਸੇਧ ਦੇਣ ਵਿੱਚ ਬੜੀਆਂ ਸਹਾਈ ਹੋ ਸਕਦੀਆਂ ਪੰਕਤੀਆਂ। ਇਸੀ ਵਾਰ ਵਿੱਚ ਬਲਵੰਡ ਜੀ ਲਿਖਦੇ ਹਨ ਕਿ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪਰਾਕਵੇ ਜੀਤ ਹੈ। ਅਰਥਾਤ ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਬੜੀ ਜ਼ਬਰਦਸਤ ਟ੍ਰੇਨਿੰਗ ਦਿੱਤੀ। ਮਤ ਗੁਰ ਆਤਮ ਦੇਵ ਦੀ ਅਰਥਾਤ ਆਤਮਦੇਵ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਮਤ ਸੀ, ਜੋ ਗੁਰਮਤ ਸੀ, ਸਿਮਰਨ ਦੀ, ਭਗਤੀ ਦੀ ਜੋ ਸਾਰਾ ਅਸੂਲ ਸੀਗੇ, ਉਹਦੀ ਮਤ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਦਿੱਤੀ। ਮਤ ਗੁਰ ਆਤਮ ਦੇਵ ਦੀ ਖੜਗ, ਇਹ ਜਿਹੜੀ ਮਤ ਸੀ ਇਹ ਖੜਗ ਰੂਪੀ ਸੀ, ਅਰਥਾਤ ਤਲਵਾਰ ਸੀ ਜਿਹਨੇ ਹਨੇਰੇ ਨੂੰ, ਭਰਮਾਂ ਨੂੰ, ਪੁਰਾਣੇ ਸੰਸਕਾਰਾਂ ਨੂੰ ਖਤਮ ਕਰ ਦਿੱਤਾ ਤੇ ਬੜੇ ਜ਼ੋਰ ਦੇ ਨਾਲ
ਪਰਾਕੂ ਹੈ ਬੜੇ ਪ੍ਰਕਰਮ, ਬੜੀ ਤਾਕਤ ਦੇ ਨਾਲ ਜੀਦ ਹੈ ਤੇ ਭਾਈ ਲਹਿਣਾ ਜੀ ਨੂੰ ਨਵਾਂ ਜੀਵਨ ਦਾਨ ਦਿੱਤਾ। ਪੁਰਾਣਾ ਜੀਵਨ ਉਹਨਾਂ ਦਾ ਖਤਮ ਕਰ ਦਿੱਤਾ, ਪੁਰਾਣੇ ਸੰਸਕਾਰ ਖਤਮ ਕਰ ਦਿੱਤੇ ਤੇ ਇੱਕ ਨਵਾਂ ਜੀਵਨ ਉਹਨਾਂ ਨੂੰ ਦਿੱਤਾ। ਅਰਥਾਤ ਇੱਧਰੋਂ ਪਤਾ ਲੱਗਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਸੰਸਥਾ ਦੇ ਮੋਢੀ ਬਣਦੇ ਹਾਂ ਜਾਂ ਕਿਸੇ ਜ਼ਿੰਮੇਵਾਰ ਅਹੁਦੇ ਨੂੰ ਸੰਭਾਲਦੇ ਹਾਂ ਤੇ ਸਾਨੂੰ ਆਪਣਾ ਆਲਟਰਨੇਟਿਵ ਨਾਲ ਦੇ ਨਾਲ ਤਿਆਰ ਕਰਨਾ ਚਾਹੀਦਾ ਹੈ, ਉਹਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ, ਉਹਦੀ ਮੋਲਡਿੰਗ ਕਰਨੀ ਚਾਹੀਦੀ ਹੈ, ਉਹਨੂੰ ਘੜਨਾ ਚਾਹੀਦਾ ਹੈ। ਇਹ ਸੰਸਥਾ ਦੇ ਮੋਢੀਆਂ ਦਾ ਫਰਜ਼ ਹੁੰਦਾ ਹੈ ਕਿ ਇੱਕ ਲੀਡਰ ਜਿਹੜਾ ਹੈ ਉਹ ਅਗਲੇ ਲੀਡਰ ਨੂੰ ਤਿਆਰ ਕਰਦਾ ਹੈ। ਤੇ ਫਿਰ ਅੱਗੇ ਕੀ ਕੀਤਾ ਉਹਨਾਂ ਨੇ, ਗੁਰੂ ਸਾਹਿਬ ਨੇ ਕਹਿੰਦੇ ਗੁਰ ਚੇਲੇ ਰਹਿਰਾਸ ਕੀ, ਇੱਥੇ ਰਹਿਰਾਸ ਦਾ ਮਤਲਬ ਹੈ ਨਮਸਕਾਰ, ਤੇ ਗੁਰ ਦੇ ਰਾਰੇ ਨੂੰ ਸਿਹਾਰੀ ਗੁਰੂ ਨੇ, ਅਰਥਾਤ ਗੁਰੂ ਨਾਨਕ ਪਾਤਸ਼ਾਹ ਨੇ ਗੁਰ ਚੇਲੇ ਰਹਿਰਾਸ ਕੀ, ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ। ਚੇਲਾ ਕੌਣ ਹੈ? ਭਾਈ ਲਹਿਣਾ ਜੀ, ਜਿਹੜੇ ਟ੍ਰੇਨਡ ਹੋ ਗਏ ਪੂਰੀ ਤਰ੍ਹਾਂ, ਇਕਮਿਕ ਹੋ ਗਏ ਗੁਰੂ ਨਾਨਕ ਪਾਤਸ਼ਾਹ ਦੇ ਨਾਲ। ਗੁਰ ਚੇਲੇ ਰਹਿਰਾਸ ਕੀ, ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ, ਚਾਰਜ ਸੰਭਾਲ ਦਿੱਤਾ, ਚਾਰਜ ਹੈਂਡਓਵਰ ਕਰ ਦਿੱਤਾ। ਤੇ ਕਦੋਂ ਕੀਤਾ? ਨਾਨਕ ਸਲਾਮਤ ਥੀਮਦੈ। ਇਹ ਕੰਮ ਨਾਨਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸਲਾਮਤੀ ਵਿੱਚ, ਹੋਸ਼ੋ ਹਵਾਸ ਵਿੱਚ ਕੀਤਾ। ਹੁਣ ਅਸੀਂ ਇਸ ਚੀਜ਼ ਨੂੰ ਅੱਜ ਦੇ ਸੰਦਰਭ 'ਚ ਦੇਖੀਏ, ਬੰਦਾ ਬੁੱਢਾ ਹੋ ਜਾਂਦਾ, ਪ੍ਰਧਾਨੀਆਂ ਨਹੀਂ ਛੱਡਦਾ, ਚੇਅਰਮੈਨੀਆਂ ਨਹੀਂ ਛੱਡਦਾ, ਪਤਾ ਨਹੀਂ ਕਿਹੜੇ ਕਿਹੜੇ ਅਹੁਦੇ ਜਿਹੜੇ ਸਾਡੇ ਬਣੇ ਹੋਏ ਨੇ, ਅਸੀਂ ਇੰਨੇ ਇਹਨਾਂ ਨੂੰ ਚਿੰਬੜਦੇ ਹਾਂ। ਕੋਈ ਸਟ੍ਰੋਕ ਵੀ ਹੋ ਜਾਂਦਾ, ਬਿਮਾਰ ਵੀ ਹੋ ਜਾਂਦਾ, ਸਮਰੱਥਾ ਵੀ ਉਹ ਨਹੀਂ ਰਹਿੰਦੀ, ਤੇ ਬੰਦਾ ਭੁੱਲ ਹੀ ਜਾਂਦਾ ਕਿ ਮੈਂ ਇਸ ਦੁਨੀਆ ਤੇ ਸਦਾ ਨਹੀਂ ਰਹਿਣਾ। ਤੇ ਅੱਗੇ ਕੀ ਕਹਿੰਦੇ ਨੇ ਇਸ ਪੰਕਤੀ ਵਿੱਚ? ਕਹਿੰਦੇ ਸ਼ਹਿ ਟਿੱਕਾ ਦਿੱਤੁਸ ਜੀਮਦੈ। ਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਟਿੱਕਾ ਬਣੇ ਚਾਰਜ ਦੇ ਦਿੱਤਾ, ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਜੀਮਦੈ, ਆਪਣੀ ਇਸ ਜੀਵਨ ਕਾਲ ਦੇ ਵਿੱਚ ਹੀ ਸਰੀਰਕ ਜਿਹੜੀ ਉਹਨਾਂ ਦੀ ਸਲਾਮਤੀ ਸੀ ਉਹਦੇ ਵਿੱਚ ਉਹਨਾਂ ਨੂੰ ਪੂਰੀ ਦੀ ਪੂਰੀ ਜ਼ਿੰਮੇਵਾਰੀ ਦਿੱਤੀ। ਫਿਰ ਅੱਗੇ ਹੋਰ ਗੱਲਾਂ ਦਾ ਪਤਾ ਲੱਗਦਾ ਹੈ, ਜਿੱਧਰੋਂ ਸਾਨੂੰ ਆਪਣੀਆਂ ਜਿਹੜੀਆਂ ਅਸੀਂ ਸੰਸਥਾਵਾਂ ਚਲਾਉਂਦੇ ਹਾਂ, ਜਾਂ ਮੈਂ ਕਹਿੰਦਾ ਈਵਨ ਘਰ ਵੀ ਹੈ, ਜਿੱਥੇ ਘਰ ਦਾ ਕੋਈ ਹੈੱਡ ਹੁੰਦਾ, ਅਸੀਂ ਦੇਖਦੇ ਹਾਂ ਘਰ ਦੇ ਹੈੱਡ ਹੀ ਕਈ ਵਾਰ ਉਹ ਸਾਰਾ ਕੰਟਰੋਲ ਆਪਣੇ ਹੱਥ 'ਚ ਰੱਖਦੇ ਨੇ, ਤੇ ਬਾਅਦ ਚੋਂ ਜਿਹੜੇ ਉਹ ਬੰਦਾ ਚੜ੍ਹਾਈ ਕਰ ਜਾਂਦਾ ਹੈ, ਘਰ 'ਚ ਭਰਾ ਹੁੰਦੇ ਨੇ, ਉਹ ਖਿੰਡੂ ਹੋ ਜਾਂਦੇ ਨੇ ਸਾਰੇ, ਕਿਉਂਕਿ ਉਹਨਾਂ ਨੂੰ ਕੁਛ ਗੱਲ ਦਾ ਪਤਾ ਹੀ ਨਹੀਂ ਹੁੰਦਾ ਕੀ ਹਿਸਾਬ ਕਿਤਾਬ ਸੀ, ਕੀ ਸਿਸਟਮ ਸੀ, ਵਟਐਵਰ, ਉਹ ਲੱਲੂ ਜਿਹੇ ਰਹਿ ਜਾਂਦੇ ਨੇ, ਟ੍ਰੇਨਿੰਗ ਨਹੀਂ ਹੁੰਦੀ ਉਹਨਾਂ ਦੀ। ਸੰਸਥਾਵਾਂ ਨੂੰ ਅਸੀਂ ਮੈਂ ਆਪਣੇ ਹੋਸ਼ ਵਿੱਚ ਹੀ ਵੱਧਦੇ ਫੁੱਲਦੇ ਬਹੁਤ ਵਧੀਆ ਚੱਲਦੇ ਦੇਖਿਆ, ਤੇ ਢਹਿ ਢੇਰੀ ਹੁੰਦੇ ਵੀ ਮੈਂ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ। ਇਸੇ ਕਰਕੇ ਉਹ ਕਹਿੰਦੇ, ਫਿਰ ਉਹ 'ਚ ਵਾਰ ਵਿੱਚ ਅੱਗੇ ਲਿਖਿਆ ਹੈ, ਕਹਿੰਦੇ ਜੋਤ ਸਮਾਣੀ ਜੋਤ ਮਾਹੀ, ਅਰਥਾਤ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਇੱਕ ਹੋ ਗਈ। ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਭਾਈ ਲਹਿਣਾ ਦੀ ਜੋਤ ਇੱਕਮਿਕ ਹੋ ਗਈ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮਿਕਿਓਨ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ, ਆਪਣੇ ਉਸ ਭਾਈ ਲਹਿਣਾ ਨੂੰ ਮਿਕਿਓਨ ਮੈਨੇ ਬਿਲਕੁਲ ਲੈਵਲ ਤੇ ਬਿਲਕੁਲ ਬਰਾਬਰ ਕਰਤਾ, ਸਾਵਾਂ ਕਰ ਦਿੱਤਾ। ਇੱਧਰੋਂ ਕੀ ਸਮਝ ਪੈਂਦੀ ਹੈ? ਇੱਧਰੋਂ ਇਹ ਸਮਝ ਪੈਂਦੀ ਹੈ ਵੀ ਜਦੋਂ ਅਸੀਂ ਟ੍ਰੇਨਿੰਗ ਦੇਣੀ ਹੈ, ਜਦੋਂ ਅਸੀਂ ਕਿਸੇ ਨੂੰ ਕੁਝ ਮੋਲਡ ਕਰਨਾ ਹੈ, ਤੇ ਕੁਝ ਲੁਕੋ ਕੇ ਨਹੀਂ ਰੱਖਣਾ, ਕੁਝ ਹੱਥ ਵਿੱਚ ਨਹੀਂ ਰੱਖਣਾ। ਅਸੀਂ ਤੇ ਛੋਟੇ ਹੁੰਦੇ ਹਿੰਦੁਸਤਾਨ ਦੇ ਕਹਾਣੀਆਂ ਪੜ੍ਹੀਆਂ ਕਿ ਜਿਹੜਾ ਗੁਰੂ ਹੁੰਦਾ ਨਾ, ਉਹ ਚੇਲੇ ਨੂੰ ਸਾਰੇ ਗੁਰ ਨਹੀਂ ਦੱਸਦਾ, ਤੇ ਛੋਟੇ ਹੁੰਦੇ ਤੇ ਅਸੀਂ ਇਹ ਕਹਾਣੀਆਂ ਪੜ੍ਹੀਆਂ, ਪਰ ਗੁਰੂ ਘਰ ਵਿੱਚ ਇਸ ਤਰ੍ਹਾਂ ਨਹੀਂ ਹੈ। ਔਰ ਮੈਂ ਆਮ ਇੱਥੇ ਦੇਖਿਆ ਬਿਜ਼ਨਸਮੈਨ ਕਈ ਬੰਦੇ ਹੈਗੇ ਨੇ, ਉਹਨਾਂ ਦੀ ਇਹ ਸੋਚ ਹੁੰਦੀ ਕਿ ਜਿਹੜਾ ਇੰਪਲੋਈ ਹੈ ਨਾ, ਉਹ ਸਾਰੀ ਉਮਰ ਸਾਡਾ ਇੰਪਲੋਈ ਬਣਿਆ ਰਵੇ, ਉਹ ਆਪਣੇ ਪੈਰਾਂ ਤੇ ਖੜਾ ਹੋ ਕੇ ਆਪ ਕੋਈ ਬਿਜ਼ਨਸ ਨਾ ਕਰੇ। ਮੈਂ ਜਿੱਦਾਂ ਕਈ ਵਾਰ, ਕਿਉਂਕਿ ਅਸੀਂ ਤੇ ਬਾਣੀ ਪੜ੍ਹਦੇ ਹਾਂ ਤੇ ਉਸ ਹਿਸਾਬ ਨਾਲ ਸਾਡਾ ਦਿਮਾਗ 'ਚ ਚੱਲਦਾ ਹੈ, ਤੇ ਅਸੀਂ ਕਹਿੰਦੇ ਭਾਈ ਵੀ ਤੁਸੀਂ ਇੱਦਾਂ ਉਹਨੂੰ ਵੀ ਦੱਸ ਦਿਓ ਇਹ ਚੀਜ਼, ਉਹ ਵੀ ਉਹਦੇ ਵੀ ਕੰਮ ਆ ਜੀ। ਕਹਿੰਦੇ ਨਹੀਂ ਭਾਜੀ, ਫਿਰ ਜੇ ਉਹ ਸਾਰਾ ਕੰਮ ਉਹਨੂੰ ਹੁਣੀ ਦੱਸ ਦਾਂਗੇ ਨਾ, ਉਹ ਛੱਡ ਕੇ ਚਲਾ ਜਾਏਗਾ, ਆਪਣਾ ਕੰਮ ਸ਼ੁਰੂ ਕਰ ਲਏਗਾ। ਤੇ ਮੈਂ ਕਿਹਾ ਉਹ ਕੰਮ ਸ਼ੁਰੂ ਕਰ ਲਿਆ ਤੇ ਫਿਰ ਕੀ ਹੋ ਗਿਆ? ਤੁਹਾਡੇ ਵੀ ਕਸਟਮਰ ਬਣੇ ਰਹਿਣਗੇ, ਉਹਦੇ ਵੀ ਕਸਟਮਰ ਬਣੇ ਰਹਿਣਗੇ, ਤੁਹਾਡਾ ਥੋੜ੍ਹੀ ਕੋਈ ਕੰਮ ਹਟ ਜਾਏਗਾ। ਸੋ ਇਹ ਜਿਹੜੀ ਸੋਚ ਹੈ ਬੜੀ ਘਟੀਆ ਔਰ ਬੜੀ ਗਿਰੀ ਹੋਈ ਸੋਚ ਹੈ ਵੀ ਮੈਂ ਆਪਣਾ ਗੁਰ ਨਹੀਂ ਦੱਸਣਾ। ਕੋਈ ਕਹਿੰਦਾ ਇਹ ਡਿਸ਼ ਮੈਨੂੰ ਪਤਾ ਹੈਗੀ, ਮੈਂ ਇਹਦਾ ਨਹੀਂ ਦੱਸਣਾ। ਖੈਰ, ਜੋ ਗੁਰਮਤਿ ਦਾ ਰਸਤਾ ਹੈ ਉਹ ਗੁੱਜੀ ਛੰਨੀ ਨਾ ਹੀ ਬਾਤ। ਗੁਰੂ ਸਾਹਿਬ ਨੇ ਕੋਈ ਗੱਲ ਲੁਕੋ ਕੇ ਨਹੀਂ ਰੱਖੀ, ਕੋਈ ਗੱਲ ਢੱਕ ਕੇ ਲੁਕੋ ਕੇ ਨਹੀਂ ਰੱਖੀ। ਸੋ ਆਪ ਆਪੇ ਸੇਤੀ ਮਿਕਿਓਨ। ਤੇ ਜਦੋਂ ਇਸ ਧਰਮ ਦੇ ਰਸਤੇ ਤੇ ਤੁਰਨਾ ਹੈ, ਫਿਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਤੋਂ ਸਾਨੂੰ ਮੁਕਤ ਹੋਣਾ ਚਾਹੀਦਾ ਹੈ। ਤੇ ਅਗਲੀ ਗੱਲ ਕਿਹੜੀ ਹੈ? ਕਹਿੰਦੇ ਸਿੱਖਾਂ ਪੁੱਤਰਾਂ ਘੋਖ ਕੈ, ਸਭ ਉਮਤ ਦੇਖਿਓ ਵੇਖੋ ਜੋ ਕਿਉਂ। ਇੱਥੋਂ ਪਤਾ ਲੱਗਦਾ ਕਿ ਭਾਈ ਭਤੀਜਾਵਾਦ ਨਹੀਂ ਹੋਣਾ ਚਾਹੀਦਾ। ਸਿੱਖਾਂ ਪੁੱਤਰਾਂ ਘੋਖ ਕੈ, ਸਿੱਖਾਂ ਨੂੰ ਵੀ ਘੋਖਿਆ ਤੇ ਆਪਣੇ ਪੁੱਤਰਾਂ ਨੂੰ ਵੀ ਘੋਖਿਆ। ਤੇ ਕਹਿੰਦੇ ਸਭ ਉਮਤ ਵੇਖੋ ਜੇ ਕਿਉਂ, ਇਹ ਦੁਨੀਆ ਦੇ ਲੋਕੋ, ਇਹ ਸੰਗਤ ਦੇਖੋ
ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਜਾਂ ਸੁਧੋਸ ਤਾਂ ਲਹਿਣਾ ਟਿਕਿਉਣ। ਜਦੋਂ ਸੁਧਾਈ ਕੀਤੀ ਅਰਥਾਤ ਪੜਤਾਲ ਕੀਤੀ, ਪੇਪਰ ਚੈੱਕ ਕੀਤੇ, ਪੇਪਰ ਪਾਏ, ਟੈਸਟ ਲਏ, ਪਰਖ ਕੀਤੀ, ਤੇ ਫਿਰ ਇਹ ਨਹੀਂ ਦੇਖਿਆ ਕਿ ਸ਼੍ਰੀ ਚੰਦ ਮੇਰਾ ਪੁੱਤਰ ਹੈਗਾ, ਲక్ష్ਮੀ ਦਾਸ ਮੇਰਾ ਪੁੱਤਰ ਹੈਗਾ, ਨਹੀਂ, ਲਹਿਣਾ ਜੀ ਪੂਰੇ ਉਤਰੇ ਤੇ ਜਾਂ ਸੁਧੋਸ ਤਾਂ ਲਹਿਣਾ ਟਿਕਿਉਂ, ਲਹਿਣਾ ਜੀ ਨੂੰ ਟਿਕਾ ਦਿੱਤਾ, ਉੱਤੇ ਥਾਪ ਦਿੱਤਾ, ਗੁਰਗੱਦੀ ਦੇ ਦਿੱਤੀ। ਦੂਜੇ ਬੰਨੇ ਇਹ ਤੇ ਗੱਲ ਸੀ ਇੱਕ ਲੀਡਰ ਦੀ, ਜੋ ਕਰਨਾ ਹੈ ਗੁਰੂ ਸਾਹਿਬ ਨੇ ਜੋ ਕੀਤਾ, ਸਾਨੂੰ ਇੱਕ ਪ੍ਰੇਰਣਾ ਮਿਲਦੀ ਬੜੀ ਜ਼ਬਰਦਸਤ, ਸਾਨੂੰ ਇਹ ਕੁਝ ਨੁਕਤੇ ਮਿਲਦੇ ਨੇ ਸਿੱਖਣ ਨੂੰ। ਤੇ ਦੂਜੇ ਬੰਨੇ ਜਿਹੜਾ ਬੰਦਾ ਪਿਊਪਿਲ ਹੈਗਾ, ਜਿਹੜਾ ਫੋਲੋਅਰ ਹੈਗਾ, ਉਹਨੇ ਜੋ ਸਿੱਖਣਾ ਹੈ, ਉਹਦੇ ਵਾਸਤੇ ਵੀ ਬੜੀ ਕੀਮਤੀ ਗੱਲ ਹੈ। ਕਹਿੰਦੇ ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਅਲੂਣੀ ਸਿਲ ਚੱਟੀ ਅਰਥਾਤ ਬੜਾ ਔਖਾ, ਬੇਸਵਾਦਾ, ਬੇਰਸਾ ਕੰਮ ਕੀਤਾ। ਇਹ ਕਰਨਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕਿਸੇ ਦਾ ਹੁਕਮ ਮੰਨਣਾ। ਕਰੇ ਜੇ ਗੁਰ ਫਰਮਾਇਆ ਅਰਥਾਤ ਭਾਈ ਲਹਿਣਾ ਜੀ ਨੇ ਉਹ ਸਭ ਕੀਤਾ ਜੋ ਗੁਰੂ ਸਾਹਿਬ ਨੇ ਫਰਮਾਇਆ, ਤੇ ਇਹ ਕਹਿਣਾ ਮੰਨਣ ਦਾ ਯੋਗ ਉਹਨਾਂ ਨੇ ਕਮਾਇਆ, ਜੋ ਅਲੂਣੀ ਸਿਲ ਚੱਟਣ ਵਰਗਾ ਸੀ। ਸੋ ਇਹ ਤੇ ਮੁੱਢ ਵਿੱਚ ਸਾਨੂੰ ਜਿਹੜੀ ਇਹ ਗੱਲ ਸਿੱਖਣ ਨੂੰ ਮਿਲਦੀ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਭਾਈ ਗੁਰਦਾਸ ਜੀ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਅੱਜ ਮੈਂ ਸਮਝਦਾ ਜਿਹੜੀ ਜ਼ਿੰਮੇਵਾਰੀਆਂ ਸਾਡੇ ਸਿਰਾਂ ਤੇ ਨੇ, ਅਗਰ ਅਸੀਂ ਗੁਰਬਾਣੀ ਤੋਂ ਸੇਧ ਲਈਏ ਤੇ ਅਸੀਂ ਠੀਕ ਢੰਗ ਦੇ ਨਾਲ ਨਿਭਾ ਸਕਾਂਗੇ। ਦੂਜੀ ਗੱਲ ਜਿਹੜੀ ਅਸੀਂ ਦੇਖਣੀ ਹੈ ਕਿ ਅਸੀਂ ਆਪਣੇ ਮਨ ਵਿੱਚ, ਸਾਨੂੰ ਕਿਸੇ ਕਿਸਮ ਦਾ ਕੋਈ ਸੰਸਾ ਨਹੀਂ ਹੋਣਾ ਚਾਹੀਦਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਭੱਟਾਂ ਦੇ ਸਵਈਏ 'ਚ ਲਿਖਿਆ ਸਾਰਾ ਕੁਝ, ਅਸੀਂ ਆਪਣੇ ਨੂੰ ਕੋਈ ਗੱਲ ਨਹੀਂ ਕਹਿਣੀ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਰਥਾਤ ਅਕਾਲ ਪੁਰਖ ਵਾਹਿਗੁਰੂ ਨੇ, ਜੋਤ ਰੂਪ ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਅਰਥਾਤ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਦਾ ਪ੍ਰਤੱਖ ਰੂਪ ਸਨ। ਇਹ ਗੁਰਿਆਈ ਉਹਨਾਂ ਨੂੰ ਧੁਰੋਂ ਹੀ ਮਿਲੀ ਸੀ। ਤੇ ਫਿਰ ਤਾਂ ਤੇ ਅੰਗਦ ਭਇਓ, ਉਹਨਾਂ ਤੋਂ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ, ਤਤ ਸਿਉ ਤਤ ਮਿਲਾਇਓ, ਉਹਨਾਂ ਦੀ ਆਤਮਾ ਵਿੱਚ ਮਿਲ ਗਈ। ਇਹ ਜਿਹੜਾ ਸਿਧਾਂਤ ਹੈ, ਜਿਹੜਾ ਭੱਟਾਂ ਦੇ ਸਵਈਆਂ ਵਿੱਚ ਇਹ ਸੱਤੇ ਬਲਵੰਡ ਦੀ ਵਾਰ 'ਚ ਵੀ ਆਉਂਦਾ ਹੈ ਕਿ ਜੋਤ ਉਹਾ ਜੁਗਤ ਸਾਏ, ਸ਼ਹਿ ਕਾਇਆ ਫਿਰ ਪਲਟੀ। ਸ਼ਹਿ ਨੇ, ਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਸਿਰਫ ਆਪਣੀ ਕਾਇਆ ਪਲਟੀ। ਜੋਤ ਤੇ ਜੁਗਤ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿਰਫ ਇੱਕੋ ਸੀ। ਇਹ ਬੜੇ ਕੀਮਤੀ ਔਰ ਮਹੱਤਵਪੂਰਨ ਸਿਧਾਂਤ ਨੇ, ਜਿਹੜੇ ਸਾਨੂੰ ਰੋਜ਼ਮर्रा ਦੀ ਜ਼ਿੰਦਗੀ ਵਿੱਚ ਗੱਲਬਾਤ ਕਰਦੇ ਧਿਆਨ 'ਚ ਰੱਖਣੇ ਚਾਹੀਦੇ ਨੇ। ਫਿਰ ਕਹਿੰਦੇ ਅੰਗਦ ਕਿਰਪਾ ਧਾਰ, ਅੰਗਦ ਜੀ ਨੇ, ਗੁਰੂ ਅੰਗਦ ਪਾਤਸ਼ਾਹ ਨੇ ਕਿਰਪਾ ਕਰਕੇ ਫਿਰ ਅਮਰ ਸਤਿਗੁਰ ਥਿਰ ਕੀਓ, ਫਿਰ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ, ਉਹਨਾਂ ਨੂੰ ਅਮਰ ਕਰ ਦਿੱਤਾ, ਥਿਰ ਕਰ ਦਿੱਤਾ। ਤੇ ਅਮਰਦਾਸ ਸਮਰਥ ਛਤਰ, ਤੇ ਗੁਰੂ ਅਮਰਦਾਸ ਜੀ ਨੇ ਆਪਣਾ ਅਮਰਦਾਸ ਜੀ ਵਾਲਾ ਛਤਰ, ਉਹ ਜ਼ਿੰਮੇਵਾਰੀ, ਉਹ ਜਿਹੜੀ ਗੁਰਗੱਦੀ ਸੀ, ਗੁਰੂ ਰਾਮੇ ਦਿਓ, ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਤੇ ਗੁਰੂ ਰਾਮਦਾਸ ਦਰਸ਼ਨ ਪਰਸ, ਤੇ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨੂੰ ਪਰਸ ਕੇ ਕਹਿ ਮਥੁਰਾ ਜੀ ਇਹ ਕਹਿੰਦੇ ਨੇ, ਮਥੁਰਾ ਭੱਟ ਜੀ ਕਹਿੰਦੇ ਨੇ, ਅੰਮ੍ਰਿਤ ਬੇਣ, ਗੁਰੂ ਅਰਜਨ ਪਾਤਸ਼ਾਹ ਦੇ ਬਚਨ ਅੰਮ੍ਰਿਤਮਈ ਹੋ ਗਏ। ਤੇ ਮੂਰਤ ਪੰਜ ਪ੍ਰਮਾਣ ਪੁਰਖ, ਤੇ ਪੰਜਵੀਂ ਮੂਰਤ ਜੋ ਅਕਾਲ ਪੁਰਖ ਦਾ ਪ੍ਰਤੱਖ ਰੂਪ ਗੁਰੂ ਅਰਜਨ ਵੇਖੋ ਨੈਣ, ਉਹਨਾਂ ਦੇ ਦਰਸ਼ਨ ਇਹਨਾਂ ਨੈਣਾਂ ਦੇ ਨਾਲ ਕਰੋ, ਜਿਨ੍ਹਾਂ ਦੇ ਬਚਨ ਅੰਮ੍ਰਿਤ ਵਰਗੇ ਹੋ ਗਏ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ। ਸੋ ਇਹ ਤੇ ਥੋੜਾ ਸਾਨੂੰ ਪਤਾ ਲੱਗਦਾ ਹੈ ਕਿ ਜੋ ਸਿੱਖੀ ਦਾ ਸਿਧਾਂਤ, ਜਿਹੜੀ ਬੜੀ ਮਹੱਤਵਪੂਰਨ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਦਾ ਅਕਾਲ ਪੁਰਖ ਦਾ ਜੋਤ ਰੂਪ ਹੋਣਾ, ਉਹਨਾਂ ਨੇ ਰਾਜ ਚਲਾਇਆ, ਸਿਮਰਨ ਬੰਦਗੀ ਦਾ, ਸੱਚ ਦਾ ਕਿਲਾ ਉਸਾਰਿਆ, ਉਹਦੀ ਬੜੀ ਤਗੜੀ ਨੀਂਹ ਦਿੱਤੀ। ਤੇ ਨੀਂਹ ਦੀ ਤਿਆਰੀ ਕਿੱਦਾਂ ਹੋਈ, ਉਹਨਾਂ ਨੇ ਕੰਮ, ਹੁਣ ਦੇਖੋ ਭਗਤ ਕਬੀਰ ਜੀ ਦਾ ਕੰਮ, ਗੱਲਾਂ ਉਹਨਾਂ ਨੇ ਬੜੀਆਂ ਗੁਰਮਤ ਵਾਲੀਆਂ ਕੀਤੀਆਂ, ਪਰ ਅੱਜ ਅਸੀਂ ਕੋਈ ਕਬੀਰ ਪੰਥੀ ਕੋਈ ਐਜ਼ ਅ ਯੂਨਿਟ, ਕੋਹੈਸਿਵ ਯੂਨਿਟ ਕਿਤੇ ਨਹੀਂ ਦੇਖਦੇ, ਨਾ ਹੀ ਭਗਤ ਰਵਿਦਾਸ ਜੀ ਦੇ ਫੋਲੋਅਰਸ ਨੂੰ ਦੇਖਦੇ ਹਾਂ। ਭਗਤ ਨਾਮਦੇਵ ਜੀ ਨੇ ਕਿੰਨੀਆਂ ਕਮਾਲ ਦੀਆਂ ਇਨਕਲਾਬੀ ਗੱਲਾਂ ਕੀਤੀਆਂ, ਉਹ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਉਹਨਾਂ ਦਾ ਕੰਮ ਉੱਥੇ ਹੀ ਸਮਾਪਤ ਹੋ ਗਿਆ। ਸੋ ਇਹ ਜਿਹੜੀ ਚੀਜ਼ ਹੈ, ਮੈਂ ਸਮਝਦਾ ਸਾਡੀ ਸਾਰੀ ਸੰਸਥਾਵਾਂ ਦੇ ਜਿਹੜੇ ਮੋਢੀ ਨੇ, ਵਰਕਰ ਨੇ, ਉਹਨਾਂ ਨੂੰ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਜੀਵਨ ਕਾਲ ਹੈ 60 ਸਾਲ 70 ਸਾਲ ਕਿਹੜਾ ਵੀ ਹੈ, ਸਟੈਮਿਨਾ ਉਮਰ ਨਾਲ ਘਟਦਾ ਵੀ ਹੈ, ਤੇ ਅਸੀਂ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਵੀ ਹੈ। ਤੇ ਜਦੋਂ ਅਸੀਂ ਹੈਗੇ ਹਾਂ ਕਾਇਮ, ਨਾਲ ਦੇ ਨਾਲ ਸਾਨੂੰ ਆਪਣੇ ਜਿਹੜੇ ਅਗਲੀ ਪਨੀਰੀ ਉਹਨੂੰ ਤਿਆਰ ਕਰਨਾ ਚਾਹੀਦਾ, ਤੇ ਉਹਨੂੰ ਜ਼ਿੰਮੇਵਾਰੀ ਦੇ ਉੱਤੇ ਵੀ, ਜ਼ਿੰਮੇਵਾਰੀ ਵਾਲੀ ਇੱਕ ਜਿਹੜੀ ਜ਼ਿੰਮੇਵਾਰੀ ਦੇਣ ਲੱਗੇ ਸਾਨੂੰ ਬਿਲਕੁਲ ਵੀ ਹਿਚਕਚਾਹਟ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਆਓ ਅੱਗੇ ਚਲੀਏ ਜੀ। ਹੁਣ ਸੋਈਏ ਮੁੱਖ ਵਾਕ ਮਹਿਲਾ ਪੰਜਵਾਂ ਵਿੱਚੋਂ
गुरु अर्जन पातशाह कहते ने जन नानक भगत दर तुल, अर्थात जो गुरु नानक है, गुरु नानक पातशाह परमात्मा के सेवक हैं, दास हैं, परमात्मा के भगत हैं, दर तुल, परमात्मा के दर ते तुल अर्थात परवान हैं, ब्रह्म संसर, ब्रह्म का रूप हैं, अकाल पुरख का रूप हैं, एक जी क्या बखाना है, एक जुबान गुरु नानक पातशाह के गुणों को बयान नहीं कर सकती। हाँ के बल 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 सद बलहार, मैं तो यही कह सकता, मैं तो अपने गुरु तो सदके हाँ, सदके हाँ, सदके हाँ, सदा सदा सदके हाँ। अगे कहते ने फिर बलियो चिराग अंधियार में सब कल उधरीक नाम धर्म, प्रगट सगल हर भवन में जन नानक गुर पार ब्रह्म। हे वाहिगुरु जी, हे पार ब्रह्म जी, गुरु नानक आप जी दे रूप, आप जी दे सेवक प्रगट सगल हर भवन में सारे संसार विच प्रगट होए हैं, ते बलियो चिराग अंधियार में, ते इस कलयुगी हनेरे दे विच वो एक चिराग वजों बले ने, उन्होंने चानना किया है। भाई गुरदास जी ने कहा मिट्टी धुंध जग चानन हुआ, कहते सब कल उधरी एक नाम धर्म, जेड़ा नाम का धर्म जेड़ा उन्होंने चाले, नाम सिमरन की गल की, तेरा एक नाम तारे संसार मैं इहा आस इहो आधार, जिनी नाम ते आया गए मुशक्कत काल, कोई जात वर्ण नहीं, कोई नस्ल नहीं, कोई लिंग नहीं, कोई पढ़े लिखे अनपढ़े का भेद नहीं, किसी ऑक्यूपेशनल स्टेटस का कोई भेद नहीं, बड़ा सौखा सुखैन राह दसिया, ते कहने सब कल उधरी एक नाम धर्म, उन्होंने दसे हुए नाम मार्ग ते तुर के अपना के धर्म अपना के सारी सृष्टि भवसागर नूं पार कर रही है, अपना जीवन सफल कर रही है। यह कहना है गुरु अर्जन पातशाह जी का। हुण देखिए गुरु पातशाह दे, नानक पातशाह दे कुछ जिहड़े मोटे मोटे असूल सानूं सारिआं नूं पता होना चाहिए ने। गुर सेवे सो ठाकुर जाना है, गुरबाणी की पंक्ति है, गुरु नानक पातशाह की पंक्ति है, गुर सेवे सो ठाकुर जाना है, अर्थात जिहड़ा भी प्राणी गुरु की सेवा विच जुड़ जाता है वो ठाकुर नूं जान लैंदा है। जिन्हें गुरु नूं सेवा, गुरु नूं रिझा लिया, गुरु नूं प्रसन्न कर लिया, समझो उन्हें ठाकुर नूं, वाहिगुरु नूं, परमात्मा नूं पा लिया, समझ लिया। ते गुरु तो बिना कुछ भी मुमकिन नहीं। कहते बिन गुर भरमै आवे जाए, गुरु तो बिना मनुख की भटकना बनी रहिंदी है, ਉਹਦਾ जन्म मरण कटिया नहीं जाता। बिन गुर घाल ना पवी थाए, ਉਹਦੀ घाल धर्म के नाम से भावें जिन्ने धर्म कर्म करी जाए, दान करे पुण्य करे कुछ भी करी जाए, घाल ना पवे थाए, ਉਹਦੀ कीती कमाई, ਉਹਦੀ कीती मेहनत थाई नहीं पैंदी, कबूल नहीं हुंदी, सिरे नहीं चढ़ती। है कहना है गुरु नानक पातशाह का। बिन गुर मनुआ अत डोलाए, गुरु तो बिना, गुरु नाल जुड़े बिना, गुरु तो ते सिदक लियाए बिना यह मन जड़ा है डिगे डोले खांदा रहिंदा है। बिन गुर तृप्त नहीं बिख खाए, बिख का अर्थ है माया रूपी जहर। गुरु तो बिना मनुख पदार्थों के खलजगन में फसिया रहिंदा है, पदार्थों के भोग में लगा रहिंदा है, खांदा रहिंदा है, खपत करता रहिंदा है, पर तृप्त नहीं, पर उन्होंने रज फिर भी नहीं आउंदा, ते उहदी है जिहड़ी अग्नि है अंदर उन्होंने परेशान करती रहिंदी है। बिन गुर बिसियर डसै मरवाट, बिसियर का अर्थ है सप, डसै मैंने डंग मारदा है। किहड़े सप की गल है, यह माया के मोह रूपी सप जिहड़ा है वो डंग मारदा है। मरवाट, वाट मैंने ते अधवाटे विच ही, राह विच ही आत्मिक मौत मनुख सेड़ लेंदा है गुरु तो बिना। ते नानक हे नानक गुर बिन घाटे घाट, हे नानक गुरु तो बिना इस आत्मिक जीवन दे विच घाटा ही घाटा है, कोई भी लाहे का काम नहीं हो पाता। हुण जदों गुरु की गल आती है तो बंदे के सुते से दिमाग च आ जाता जी देहधारी गुरु, ताई करके इन्हां चीज़ों नूं पंक्तियों नूं लैके राधा स्वामी, फिर गुरमत राम रहीम, ते गुरमीत राम रहीम, ते किन्ने ही सारे, कोई आशुतोष, ते कोई निरंकारी, ते किन्ने ही बाबे भरे पे ने। क्योंकि आम संगत पढ़ी लिखी नहीं हैगी या पढ़ती भी नहीं हैगी, ते या जिहड़े वो छात्र हैगे ने उन्होंने वरगलाना बड़ा सौखा है उन्होंने वास्ते, उन्होंने आम लोगों नूं। सो गुरु साहब की जिहड़े बाणी पढ़ते हैं तो गल्लां स्पष्ट हो जांदियां ने भी जो शब्द है गुरु का उपदेश है, गुरबाणी है, वो गुरु है। कहने मन मेरे गुर बचनी निध पाई, निध का अर्थ है खजाना। किहड़ा खजाना, परमात्मा दे जिहड़े गुण ने, दैवी गुण ने, उन्हां दा मुजस्मा जो नाम है, वाहिगुरु का नाम है,
ਉਹ ਗੁਰੂ ਸਾਹਿਬ ਕਹਿੰਦੇ ਮਨ ਮੇਰੇ ਗੁਰ ਬਚਨੀ ਨਿਧ ਪਾਈ। हे ਮੇਰੇ ਮਨ, ਗੁਰੂ ਦੇ ਬਚਨਾਂ ਦੇ ਰਾਹੀਂ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ। ਤਾਂ ਤੇ ਮਨੇ ਗੁਰੂ ਦੇ ਬਚਨਾਂ ਤੋਂ ਫਿਰ ਕੀ ਹੁੰਦਾ, ਸੱਚ ਮੈਂ ਰਿਹਾ ਸਮਾਈ। ਸਦਾ ਥਿਰ ਪਰਮਾਤਮਾ ਵਿੱਚ ਸੁਰਤ ਸਮਾ ਜਾਂਦੀ ਹੈ, ਟਿਕੀ ਰਹਿੰਦੀ ਹੈ, ਧਿਆਨ ਟਿਕਿਆ ਰਹਿੰਦਾ ਹੈ। ਫਿਰ ਮਨੁੱਖ ਦਾ ਧਿਆਨ ਖਿੰਡਦਾ ਨਹੀਂ ਹੈਗਾ, ਉਹ ਸਦਾ ਥਿਰ ਪਰਮਾਤਮਾ ਵਿੱਚ ਉਹਦਾ ਧਿਆਨ ਤੁਰਦੇ ਫਿਰਦੇ ਸੌਂਦੇ ਜਾਗਦੇ ਹਰ ਵੇਲੇ ਲੱਗਾ ਰਹਿੰਦਾ ਹੈ। ਕਹਿੰਦੇ ਗੁਰਸਾਖੀ ਅੰਤਰ ਜਾਗੀ। ਇੱਥੇ ਸਾਖੀ ਦਾ ਅਰਥ ਹੈ ਸਿੱਖਿਆ। ਜਦੋਂ ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਅੰਦਰ ਜਾਗਰਿਤ ਹੋ ਜਾਂਦੀ ਹੈ, ਆਪਣਾ ਥਾਂ ਲਾ ਲੈਂਦੀ ਹੈ, ਜਾਗ ਜਾਂਦੀ ਹੈ, ਤਾਂ ਚੰਚਲ ਮਤ ਤਿਆਗੀ। ਮਾਇਆ ਚੰਚਲ ਹੈਗੀ ਹੈ, ਤੇ ਜੇ ਮਾਇਆ ਦੇ ਪਿੱਛੇ ਜਾਣਾ ਤੇ ਜਿੱਥੇ ਮਾਇਆ ਭੱਜਦੀ ਫਿਰ ਸੁਰਤ ਵੀ ਉੱਥੇ ਭੱਜਦੀ ਹੈ, ਤੇ ਮਤ ਵੀ ਚੰਚਲ ਹੋ ਜਾਂਦੀ ਹੈ, ਜੋ ਬੰਦੇ ਨੂੰ ਟਿਕਣ ਨਹੀਂ ਦਿੰਦੀ। ਬੰਦਾ ਵੇ ਖਿਜਿਆ ਵੀ ਰਹਿੰਦਾ ਹੈ, ਕ੍ਰੋਧੀ ਵੀ ਹੋ ਜਾਂਦਾ ਹੈ, ਈਰਖਾਲੂ ਵੀ ਹੋ ਜਾਂਦਾ ਹੈ, ਬਿਮਾਰ ਵੀ ਹੋ ਜਾਂਦਾ, ਪਰੇਸ਼ਾਨ ਵੀ ਹੋ ਜਾਂਦਾ, ਚਿੰਤਿਤ ਵੀ ਹੋ ਜਾਂਦਾ। ਪਰ ਕਹਿੰਦੇ ਜਦੋਂ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਫਿਰ ਉਹ ਮਨੁੱਖ ਇਹ ਚੰਚਲ ਮਾਇਆ ਪਿੱਛੇ ਭੱਜਣ ਵਾਲੀ ਮਤ ਜਿਹੜੀ ਉਹ ਤਿਆਗ ਦਿੰਦਾ ਹੈ। ਗੁਰਸਾਖੀ ਕਾ ਉਜਿਆਰਾ, ਜਦੋਂ ਗੁਰੂ ਦੀ ਸਿੱਖਿਆ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਂਦਾ ਹੈ ਤਾਂ ਮਿਟਿਆ ਸਗਲ ਅੰਧਿਆਰਾ। ਸਾਰਾ ਹਨੇਰਾ, ਸਾਰੇ ਭਰਮ, ਸਾਰੇ ਭੁਲੇਖੇ, ਸਾਰੇ ਵਹਿਮ ਜਿਹੜੇ ਨੇ ਉਹ ਫਿਰ ਮਿਟ ਜਾਂਦੇ ਹਨ। ਅੱਗੇ ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਪ੍ਰਭ ਬੇਅੰਤ, ਉਹ ਵਾਹਿਗੁਰੂ ਬੇਅੰਤ ਹੈ, ਉਹਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ। ਪਰ ਗੁਰਮਤ, ਗੁਰੂ ਦੀ ਮਤ ਰਾਹੀਂ, ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਕੋ ਪਾਵੇਂ ਅਰਥਾਤ ਵਿਰਲੇ ਭਾਗਾਂ ਵਾਲੇ ਕੋਈ ਉਸ ਪਰਮਾਤਮਾ ਨੂੰ ਪਾ ਲੈਂਦੇ ਨੇ ਗੁਰੂ ਦੀ ਮਤ ਰਾਹੀਂ। ਤੇ ਫਿਰ ਕੀ ਕਰਦੇ ਨੇ, ਕਹਿੰਦੇ ਗੁਰ ਕੈ ਸ਼ਬਦ ਮਨ ਕੋ ਸਮਝਾਵੇਂ। ਹੁਣ ਇਹ ਦੇਖੋ ਬੜੀ ਸੁੰਦਰ ਬਾਤ ਹੈ ਵਾਲੀ। ਅਸੀਂ ਸਾਰੀ ਉਮਰ ਲੋਕਾਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ ਸਮਝਾਉਂਦੇ ਲਗਾ ਦਿੰਦੇ ਹਾਂ, ਤੇ ਉਹਨਾਂ ਨੂੰ ਸਮਝ ਵੀ ਨਹੀਂ ਪੈਂਦੀ। ਸਮਝਾਉਂਦੇ ਰਹਿੰਦੇ ਹਾਂ, ਝਗੜਦੇ ਰਹਿੰਦੇ ਹਾਂ, ਪਰ ਜਿਹਨੂੰ ਸਮਝਾਉਣਾ ਚਾਹੀਦਾ ਸੀ ਉਹਨੂੰ ਕੋਈ ਸਮਝਾਉਂਦੇ ਨਹੀਂ, ਤੇ ਸਮਝਾਉਣਾ ਆਪਣੇ ਆਪ ਨੂੰ ਚਾਹੀਦਾ ਸੀ, ਆਪਣੇ ਮਨ ਨੂੰ। ਤੇ ਉਹ ਭਾਗਾਂ ਵਾਲੇ ਕੀ ਕਰਦੇ ਨੇ, ਗੁਰ ਕੈ ਸ਼ਬਦ ਮਨ ਕੋ ਸਮਝਾਵੇਂ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਪੜ੍ਹ ਕੇ ਆਪਣੇ ਮਨ ਨੂੰ ਪ੍ਰੇਰਿਤ ਕਰਦੇ ਨੇ, ਆਪਣੇ ਮਨ ਨੂੰ ਮੋਟੀਵੇਟ ਕਰਦੇ ਨੇ, ਆਪਣੇ ਮਨ ਨੂੰ ਸਮਝਾਉਂਦੇ ਨੇ। ਤੇ ਅਗਲੀ ਗੱਲ ਬੜੀ ਮਹੱਤਵਪੂਰਨ ਹੈ, ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ। ਭਾਈ ਜਿੱਦਾਂ ਮੈਂ ਜਾਣਦਾ ਕਿ ਸਤਿਗੁਰੂ ਦੀ ਸਾਰੀ ਗੱਲਾਂ ਮੰਨੀਆਂ, ਮੈਂ ਨਹੀਂ ਮੰਨਣ ਦੇ ਸਮਰੱਥ ਹੈਗਾ। ਮੇਰੇ ਚੋਂ ਨਾ ਸਿਆਣਪ ਹੈਗੀ ਹੈ, ਪੁਰਾਣੇ ਸੰਸਕਾਰਾਂ ਦੀਆਂ ਆਦਤਾਂ ਭੈੜੀਆਂ ਨਹੀਂ ਜਾਂਦੀਆਂ, ਢੀਠਤਾ ਹੈਗੀ ਹੈ। ਪਰ ਮੈਨੂੰ ਇੰਨਾ ਪਤਾ ਹੈ, ਦਿਮਾਗ 'ਚ ਇਹ ਗੱਲ ਪੱਕੀ ਰੱਖਣੀ ਚਾਹੀਦੀ ਹੈ ਕਿ ਮੇਰੀ ਮਤ ਥੋੜੀ ਰਾਮ, ਮੇਰੇ ਰਾਮ ਹਮ ਬਾਰਿਕ ਸਤਿਗੁਰ, ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਜੇ ਅਸੀਂ ਇਹ ਗੱਲ ਮੰਨ ਲਈਏ ਕਿ ਮੈਂ ਇਆਣਾ ਹਾਂ ਤੇ ਗੁਰੂ ਸਿਆਣਾ ਹੈ, ਬੇਸ਼ੱਕ ਮੈਨੂੰ ਗੁਰੂ ਦੀ ਹਰ ਗੱਲ ਸਮਝ ਨਹੀਂ ਆਉਂਦੀ, ਜਾਂ ਮੈਂ ਗੁਰੂ ਦੀ ਹਰ ਗੱਲ ਤੇ ਫੁੱਲ ਨਹੀਂ ਚੜਾ ਪਾਉਂਦਾ, ਮੈਂ ਗੁਰੂ ਦੇ ਹਰ ਹੁਕਮ ਨੂੰ ਮੰਨ ਨਹੀਂ ਪਾਉਂਦਾ, ਪਰ ਜੇ ਹਿਰਦੇ ਵਿੱਚ ਇੱਕ ਵਿਸ਼ਵਾਸ ਪੱਕਾ ਬਣਿਆ ਰਵੇ ਤੇ ਫਿਰ ਕੰਮ ਬੜਾ ਸੌਖਾ ਹੋ ਜਾਂਦਾ। ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ। हे ਭਾਈ, ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੋ। ਇਹ ਗੱਲ ਬਿਲਕੁਲ ਆਪਣੇ ਹਿਰਦੇ ਵਿੱਚ ਉਕਰ ਲਵੋ, ਤੇ ਫਿਰ ਕੀ ਹੋਏਗਾ, ਇਉ ਆਤਮ ਰਾਮੈ ਲੀਨਾ ਹੈ। ਆਤਮ ਰਾਮ ਦਾ ਮਤਲਬ ਹੈ ਉਹ ਰਾਮ ਜੋ ਸਾਰੀਆਂ ਆਤਮਾਵਾਂ ਵਿੱਚ ਬੈਠਾ ਹੋਇਆ ਹੈ। ਇੱਕ ਰਾਮ ਤੇ ਉਹ ਹੈਗਾ ਜਿਹੜਾ ਅਯੋਧਿਆ 'ਚ ਜੰਮਿਆ ਤੇ ਪ੍ਰਾਣ ਤਿਆਗ ਗਿਆ, ਇੱਕੋ ਰਾਮ। ਤੇ ਆਤਮ ਰਾਮ ਗੁਰਬਾਣੀ 'ਚ ਬੜੀ ਵਾਰ ਆਇਆ। ਆਤਮ ਰਾਮ ਦਾ ਮਤਲਬ ਹੈ ਗੋਰੇ ਦੀ ਆਤਮਾ 'ਚ ਵੀ ਹੈ, ਸ਼ੂਦਰ ਦੀ ਆਤਮਾ 'ਚ ਵੀ ਹੈ, ਚੀਨੀ ਦੀ ਆਤਮਾ 'ਚ ਵੀ ਹੈ, ਪਾਕਿਸਤਾਨੀ ਦੀ ਆਤਮਾ 'ਚ ਵੀ ਹੈ, ਔਰਤ ਦੀ ਆਤਮਾ 'ਚ ਵੀ ਹੈ, ਬ੍ਰਾਹਮਣ ਦੀ, ਸ਼ੂਦਰ ਦੀ, ਸਾਰਿਆਂ ਦੀ, ਅਮੀਰ ਦੀ, ਗਰੀਬ ਦੀ, ਜੋ ਘਟ ਵਿੱਚ ਘਟ ਮੈਂ ਹਰਜੂ ਬਸੈ ਸੰਤਨ ਕਿਹੋ ਪੁਕਾਰ। ਇਉਂ ਆਤਮ ਰਾਮੈ ਲੀਨਾ ਹੈ। ਜੇ ਤੁਸੀਂ ਸਤਿਗੁਰੂ ਦੀ ਬਾਣੀ ਤੇ ਸਿਦਕ ਲੈ ਆਓਗੇ ਤੇ ਫਿਰ ਤੁਹਾਡੀ ਜਿਹੜੀ ਜੋਤ ਹੈ ਉਹ ਆਤਮ ਰਾਮ ਦੇ ਵਿੱਚ ਲੀਨ ਹੋ ਜਾਏਗੀ। ਅਗਲੀ ਗੱਲ, ਸਾਹਿਬ ਮੇਰਾ ਇੱਕੋ ਹੈ। ਜੋ ਇੱਕ ਓਂਕਾਰ ਤੋਂ ਗੁਰੂ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ, ਵਾਰ-ਵਾਰ ਉਸੇ ਗੱਲ ਨੂੰ ਦੁਹਰਾਇਆ ਹੈ। ਪਰ ਹੈ ਹੀ ਅਸਲੀ ਸਾਰੀ ਖੇੜੇ ਹੀ, ਨਿਰਗੁਣ ਆਪ, ਸਰਗੁਣ ਵੀ ਉਹੀ। ਭਾਂਤ-ਭਾਂਤ ਦੇ ਰੰਗ ਦਿਸਦੇ ਨੇ, ਭਾਂਤ-ਭਾਂਤ ਦੇ ਰੂਪ ਦਿਸਦੇ ਨੇ, ਭਾਂਤ-ਭਾਂਤ ਦੇ ਆਕਾਰ ਦਿਸਦੇ ਨੇ। ਉਹ ਬੇਸ਼ੱਕ ਰੰਗ ਰੂਪ ਰੇਖ ਤੋਂ ਨਿਆਰਾ ਹੈ, ਪਰ ਉਹ ਸਾਰੇ ਰੂਪਾਂ ਵਿੱਚ ਹੈ, ਸਾਰੇ ਰੰਗਾਂ ਵਿੱਚ ਹੈ, ਸਾਰੇ ਆਕਾਰਾਂ ਵਿੱਚ ਹੈ।
इस गल की समझ सानू सिर्फ बाणी पढ़ के ही आती है। तो इस गल का बड़ा ख्याल रखना है कि वो मालिक वाहिगुरु राम अल्लाह गोबिंद गुरु साहब ने बड़े नाम वरते ने, ते भी कहता तेरे नाम अनेका रूप अनंता कहन ना जाई तेरे गुण कहते। तो वो सारे ही नाम ने, बस वो नाम की यार्ड स्टिक, नाम का मापदंड, चाहे वो केसव वरत्या, चाहे वो माधव वरत्या, चाहे बीठल वरत्या, ये सारे सनातनी नाम बड़े सारे वरते ने। बस असी टच स्टोन देखना कि एक ओंकार तो लैके गुरप्रसाद तक जो अकाल पुरख वाहिगुरु का जो स्वरूप है वो अजूनी है, निरभव है, निर्वैर है, सहभंग है, अकाल मूर्त है। सो इतने गुरु साहब समझाते हैं, कहते सो जो अंतर सो बाहर देखो। ये भाई जड़ा वाहिगुरु जेदी सत्या तेरे अंदर है, जिदे करके तू देख रहा है, बोल रहा है, सुन रहा है, तुर फिर रहा है, सो बाहर देखो। उसी वाहिगुरु नूं बाहर दृष्टमान जगत विच देख। अवर ना दूजा कोई जियो, ਉਹਦੇ वर्गा होर कोई दूजी शै नहीं है। पर ए नज़र किद्दां मिलेगी? कहते गुरमुख एक दृष्ट कर देखो, गुरु की शरण आ, गुरु वाल मुख कर, बाणी पढ़नी शुरू कर, बाणी कंठ कर, बाणी गा, बाणी सुन, बाणी विचार, ते फिर देख। गुरमुख एक दृष्ट कर देखो, गुरमुख बन के वो एक नूं देखण दी दृष्टि बना ते फिर देख। ते फिर तू की देखेगा? घट घट जोत समोई जियो, तेनू हर हिरदे विच, जर्रे जर्रे विच, कण कण विच वो वाहिगुरु बैठा तेनू नजर आएगा, हर हिरदियां विच नजर आएगा। फिर कहते चल तो ठाक रखो घर अपने। ठाक का मतलब होंदा रोकना, पंजाबी का शब्द है ठाका हो गया, फिर मुंडे नूं रोक लिया, कुड़ी का ठाका हो गया, मुंडे का ठाका हो गया। चल तो, चल तो कौन है? मन चलदा होया, कभी इत्थे जा रहा है, दै दिस दसां दिशाओं में मन जिहड़ा उडारियां मारदा रहिंदा है। कहंदे चल तो ठाक रखो घर अपने, घर विच चाहेगी किदां के रखण दी। ते गुरु साहब ने मैं ते देख अदृष्ट, वो वाहिगुरु अदृष्ट है, ते कहंदे मैं तैनूं देखदा, मैल चढ़ी हुई है। मतलब कि है मन रूपी शीशे विच जे झाती मार तो गुरमुख बन सकदी है। जिस उसी जिंदगी विचों दुख फिर सच्चे नाम दे होर करामात असां ते नाही, करामातां दिखाई गुरु साहब ने तो बिना मेरे कोल होर कोई करामात नहीं है। अज इस गल नूं पल्ले बन्नण दी बड़ी लोड़ है। धार्मिक जगत विच हुंदे ने या लापरवाह या जिहड़े अनडिजर्विंग, कोई कहंदे भी मैं वो कुछ प्राप्त करने की इच्छा होंदी, वही मैं सोचदा करामातां 'च विश्वास करदा। जिद्दां एक नलायक और सारा जिहड़ा बंदा अपना वेला नहीं संभालदा, वेले सिर जो काम करना सीगा वो काम नहीं कर, लोग कोई ज़्यादा शॉर्टकट किसी पीर को जाओ, कोई धागा नानक पातशाह दे वेले हो गए सी कि ने जिद्दां प्रैक्टिस करी दी है फिट रखना वो अच्छा। सो जदों पठान ते जदों बाबर हमला कर रहा सीगा ते वो कहंदे फिर वो जिहड़े पठाना ने की कीता, इहदे कोटी हू पीर वर्ज रहा है। उन्होंने बड़े सारे पीर मौलवी पंडित उन्होंने रोक के रख ले भी तुसीं कोई हवन करो, तुसीं कोई कलमा पढ़ो, तुसीं कोई। जब मीर सुनिया धाया, मीर मने राजा, बाबर नूं सुनिया भी वो धावा बोल के आ रहा है
ਤੇ ਉਹਨਾਂ ਨੇ ਵੀ ਉਹਨਾਂ ਨੂੰ ਤਸੱਲੀ ਦੇ ਦਿੱਤੀ, ਕਹਿੰਦੇ ਕਿ ਸਾਰੇ ਅੰਨੇ ਹੋ ਜਾਣਗੇ। ਤੇ ਗੁਰੂ ਸਾਹਿਬ ਨੇ ਬੜਾ ਵਧੀਆ ਕਟਾਖ ਕੀਤਾ ਹੈ, ਕਹਿੰਦੇ ਥਾਨ ਮੁਕਾਮ ਜਲੇ ਬਿਜ ਮੰਦਰ, ਸੋਹਣੇ ਸੋਹਣੇ ਬਿਲਡਿੰਗਾਂ, ਥਾਨ ਟਿਕਾਣੇ ਉਹਨੇ ਸਾੜ ਕੇ ਸੁਆਹ ਕਰ ਦਿੱਤੇ, ਮੁੱਛ ਮੁੱਛ ਕੋਈ ਰੁਲਾਇਆ। ਤੇ ਉਹਨਾਂ ਦੇ ਜਿਹੜੇ ਰਾਜਕੁਮਾਰ ਸੀਗੇ, ਜਵਾਨ ਮੁੰਡੇ ਸੀਗੇ ਰਾਜ ਘਰਾਣੇ ਦੇ, ਉਹਨਾਂ ਦੇ ਟੋਟੇ ਟੋਟੇ ਮੁਗਲਾਂ ਨੇ ਕਰ ਦਿੱਤੇ। ਤੇ ਗੁਰੂ ਸਾਹਿਬ ਕਹਿੰਦੇ ਕੋਈ ਮੁਗਲ ਨਾ ਹੁਆ ਅੰਧਾ, ਇੱਕ ਵੀ ਮੁਗਲ ਅੰਨਾ ਨਹੀਂ ਹੋਇਆ, ਕਿਨੇ ਨਾ ਪਰਚਾ ਲਾਇਆ, ਕਿਸੇ ਇੱਕ ਵੀ ਮੌਲਵੀ ਨੇ ਪੰਡਤ ਨੇ ਕੋਈ ਕਰਾਮਾਤ ਨਹੀਂ ਦਿਖਾਈ। ਸੋ ਇਧਰੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਹੈ ਉਹ ਹੈ ਕਿਰਤ ਕਰਨ ਦਾ, ਉਹ ਹੈ ਅੱਗੋਂ ਦੇ ਜਾ ਚੇਤੀ ਹੈ, ਉਹ ਹੈ ਦਿਵ ਦ੍ਰਿਸ਼ਟੀ ਦਾ ਜੋ ਅਸੀਂ ਗੁਰੂ ਤੋਂ ਪ੍ਰਾਪਤ ਕਰਨੀ ਹੈ, ਵਰਤਮਾਨ ਵਿੱਚ ਵਰਤਣ ਦਾ, ਜ਼ਿੰਦਗੀ ਦੀ ਜੋ ਸੱਚਾਈ ਹੈ, ਜੋ ਜੀਵਨ ਹੈ ਉਹਨੂੰ ਜਾਣਨ ਦਾ, ਤੇ ਜੀਵਨ ਵਿੱਚ ਸਬਰ ਲਿਆਉਣ ਦਾ, ਸੰਤੋਖ ਲਿਆਉਣ ਦਾ, ਸੰਗਤ ਕਰਨ ਦਾ, ਗੁਰਮੁਖਾਂ ਦੇ ਵਿੱਚ ਰਹਿਣ ਦਾ, ਤੇ ਇੱਕ ਜੀਵਨ ਨੂੰ ਸਹੀ ਨਿਸ਼ਾਨੇ ਵਿੱਚ ਤੋਰਨਾ। ਤੇ ਫਿਰ ਬੰਦਾ ਇਦਾਂ ਦੇ ਖਲਜਗਾਣਾ ਤੋਂ ਬਚਦਾ ਹੈ। ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਕਿਹਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਗੁਰੂ ਕੇ ਸਿੱਖ ਵਾਸਤੇ ਪਰਮਾਤਮਾ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਨੇ। ਇਸ ਕਰਕੇ ਗੁਰੂ ਕਾ ਸਿੱਖ, ਮੈਂ ਤੇ ਕਹਿੰਦਾ ਭਾਵੇਂ ਕੋਈ ਮੈਨੂੰ ਇੱਥੇ ਕੋਈ ਉੜ ਕੇ ਵੀ ਦਿਖਾ ਦੇਵੇ, ਵਾਕਈ ਦਿਖਾ ਦੇ ਉੜ ਕੇ, ਭਾਵੇਂ ਕੋਈ ਗੱਲ ਨਹੀਂ, ਪਾਣੀ ਤੇ ਤੁਰ ਕੇ ਵੀ ਦਿਖਾ ਦੇਵੇ, ਪਰ ਗੁਰੂ ਦੇ ਸਿੱਖ ਦੀ ਦ੍ਰਿੜਤਾ ਐਸੀ ਹੋਣੀ ਚਾਹੀਦੀ ਹੈ ਕਿ ਉਹ ਇਹਨਾਂ ਚੀਜ਼ਾਂ ਤੋਂ ਕਦੀ ਵੀ ਪ੍ਰਭਾਵਿਤ ਨਾ ਹੋਵੇ। ਗੁਰੂ ਕੇ ਸਿੱਖ ਲਈ ਕਰਾਮਾਤ ਕੀ ਹੈ? ਮੈਂ ਤਾਂ ਕਹਿੰਦਾ ਕੋਈ ਬੰਦੇ ਨੇ ਗੁਰੂ ਦੇ ਲੜ ਲੜ ਕੇ ਆਪਣਾ ਗੁੱਸਾ ਦੂਰ ਕਰ ਲਿਆ, ਬੜੀ ਵੱਡੀ ਕਰਾਮਾਤ ਹੈ। ਕਿਸੇ ਨੇ ਲਾਲਚ ਤੋਂ ਨਿਜਾਤ ਪਾ ਲਈ, ਬੜਾ ਵੱਡਾ ਕਰਾਮਾਤ ਹੈ। ਕਿਸੇ ਨੇ ਮੋਹ ਤੋਂ ਮੁਕਤੀ ਪਾ ਲਈ, ਬੜੀ ਵੱਡੀ ਕਰਾਮਾਤ ਹੈ। ਕਿਸੇ ਨੇ ਈਰਖਾ ਕਰਨੀ ਛੱਡ ਦਿੱਤੀ, ਸੰਤੋਖ ਆ ਗਿਆ, ਇਸ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ? ਇਹ ਸੋਨਾ ਕੱਢ ਲਿਆ ਇੱਥੋਂ ਦੀ, ਫਲਾਨਾ ਇਹ ਹੋ ਗਿਆ, ਉਹਨੇ ਫਲਾਨਾ ਦਾ ਕੰਮ ਕਰਤਾ ਜੀ। ਸਾਡਾ ਤੇ ਪਹਿਲੇ ਇੱਕ ਟਰੱਕ ਹੁੰਦਾ ਸੀਗਾ, ਜਦ ਹੀ ਬਾਬਾ ਦੇ ਚਰਨਾਂ ਚ ਆਏ ਸਾਡੇ ਤੇ 10 ਟਰੱਕ ਬਣ ਗਏ ਨੇ। ਸਾਡੇ ਕੋਲ ਤੇ ਪਹਿਲੇ 100 ਗਜ਼ ਦਾ ਪਲਾਟ ਹੁੰਦਾ ਸੀ, ਜਦ ਦੇ ਬਾਬਾ ਜੀ ਸ਼ਰਨ ਆਏ ਸਾਡੇ ਕੋਲ 2000 ਦੀ ਕੋਠੀ ਹੋ ਗਈ ਹੈ। ਸੋ ਇਹ ਤੇ ਬੜੀਆਂ ਹੀ, ਜਿੱਦਾਂ ਇੱਕ ਨਿਆਣੇ ਨੂੰ ਖਿਡੌਣੇ, ਉਹਦੇ ਕੋਲ ਇੱਕ ਖਿਡੌਣਾ ਸੀਗਾ ਤੇ ਉਹਦੇ ਕੋਲ 4 ਖਿਡੌਣੇ ਹੋਰ ਆ ਗਏ, ਤੇ ਉਹ ਨਿਆਣਾ ਉਸ ਗੱਲ ਤੋਂ ਬੜਾ ਖੁਸ਼ ਹੋ ਜਾਂਦਾ ਹੈ। ਉਹਨੂੰ ਇੱਕ ਚਾਕਲੇਟ ਸੀ ਤੇ ਉਹਨੂੰ ਦੂਜੇ ਨੂੰ 4 ਮਿਲ ਗਈਆਂ। ਤੇ ਇਹ ਉਸ ਤਰ੍ਹਾਂ ਦੀ ਖੇਡ ਹੈਗੀ ਹੈ। ਜਿਹੜੇ ਸੂਝਵਾਨ ਬੰਦੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ। ਫਿਰ ਜਦੋਂ ਗੁਰੂ ਸਾਹਿਬ ਨੇ ਕਿਰਤ ਕਰਨ ਲਈ ਗੱਲ ਕੀਤੀ ਹੈ ਤੇ ਬਿਲਕੁਲ ਵੀ ਲਿਹਾਜ਼ ਨਹੀਂ ਕੀਤਾ। ਸਾਡੇ ਸਮਾਜ ਵਿੱਚ ਬਹੁਤ ਇੱਕ ਮੰਗਤੇ ਬਣ ਕੇ, ਗੇਰੂਏ ਵਸਤਰ ਪਾ ਕੇ, ਚੋਲਾ ਪਾ ਕੇ, ਜਾਂ ਕਈ ਤਰੀਕੇ ਦੇ ਧਾਰਮਿਕ ਭੇਖ ਬਣਾ ਕੇ, ਕਹੋ ਜੀ ਅਸੀਂ ਤੇ ਜੀ ਰੱਬ ਨਾਲ ਜੁੜੇ ਹੋਏ ਹਾਂ, ਅਸੀਂ ਦੁਨੀਆ ਦੇ ਖਲਜਗਣ ਵਿੱਚ ਨਹੀਂ ਪੈਂਦੇ, ਧੰਦਿਆਂ 'ਚ ਨਹੀਂ ਪੈਂਦੇ, ਤੇ ਅਸੀਂ ਤੇ ਮੰਗ ਕੇ ਖਾ ਲਈਦਾ। ਪਰ ਅਸੀਂ ਆਪਣੇ ਵੱਲੋਂ ਕੋਈ ਗੱਲ ਨਹੀਂ ਕਰਨੀ, ਅਸੀਂ ਦੇਖਣਾ ਵੀ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ। ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ। ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਅਖਵਾਵੇ, ਪੀਰ ਅਖਵਾਵੇ, ਸ਼ੇਖ ਅਖਵਾਵੇ, ਕੋਈ ਸੁਆਮੀ ਅਖਵਾਵੇ ਤੇ ਮੰਗਣ ਜਾਏ, ਤੇ ਲੋਕਾਂ ਦੇ ਦਾਨ ਤੇ ਆਪਣਾ ਢਿੱਡ ਭਰੇ, ਆਪਣੀ ਲੋੜਾਂ ਪੂਰੀਆਂ ਕਰੇ, ਤਾਂ ਕਿ ਮੂਲ ਨਾ ਲੱਗੀਏ ਪਾਏ। ਮੂਲ ਨਾ ਲੱਗੀਏ, ਮੂਲ ਨਾ ਮਾਨੇ ਭੁੱਲ ਕੇ ਵੀ, ਇਹੋ ਜਿਹੇ ਬੰਦੇ ਦੇ ਭੁੱਲ ਕੇ ਵੀ ਪੈਰੀ ਹੱਥ ਨਹੀਂ ਲਾਣੇ, ਅਰਥਾਤ ਕੋਈ ਸਤਿਕਾਰ ਨਹੀਂ ਦੇਣਾ, ਉਹਨੂੰ ਕੋਈ ਪ੍ਰਵਾਨਗੀ ਨਹੀਂ ਦੇਣੀ, ਉਹਨੂੰ ਐਪਰੀਸ਼ੀਏਟ ਨਹੀਂ ਕਰਨਾ, ਘਾਲ ਖਾਏ। ਪਰ ਗੁਰੂ ਸਾਹਿਬ ਨੇ ਕਰਕੇ ਦਿਖਾਇਆ। ਗੁਰੂ ਨਾਨਕ ਪਾਤਸ਼ਾਹ ਬੜੇ ਅਮੀਰ ਪਰਿਵਾਰ ਚੋਂ ਸੀਗੇ, ਰੱਜੇ ਪੁੱਜੇ ਪਰਿਵਾਰ ਚੋਂ ਸੀਗੇ, ਫਿਰ ਵੀ ਉਹਨਾਂ ਨੇ ਸਾਨੂੰ ਖੇਤੀ ਕਰਕੇ, ਪ੍ਰੈਕਟੀਕਲੀ ਕਰਕੇ ਸਾਡੇ ਲਈ ਪੂਰਨੇ ਪਾਏ ਕਿ ਕਿਰਤ ਕਰਨੀ ਹਰ ਮਨੁੱਖ ਲਈ ਜ਼ਰੂਰੀ ਹੈ। ਸੋ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਕਿਰਤ ਕਰਨੀ ਤੇ ਵੰਡ ਕੇ ਛਕਣ ਦਾ ਜਿਹੜਾ ਅਸੂਲ ਹੈ ਉਹ ਇਹਨਾਂ ਪੰਕਤੀਆਂ ਤੋਂ ਹੀ ਆਇਆ ਹੈ। ਸੋ ਜਿਹੜਾ ਮਨੁੱਖ ਮੁਸ਼ੱਕਤ ਕਰਕੇ, ਮਿਹਨਤ ਕਰਕੇ ਕਮਾਈ ਕਰਦਾ ਹੈ ਤੇ ਉਹਦੇ ਵਿੱਚੋਂ ਕਿਛ ਹੱਥੋਂ ਦੇ ਲੋੜਵੰਦਾਂ ਲਈ ਵੰਡ ਕੇ ਛਕਦਾ ਹੈ, ਨਾਨਕ ਰਾਹ ਪਛਾਣੇ ਸੇ, ਹੈ ਨਾਨਕ ਉਸ ਮਨੁੱਖ ਨੇ ਜ਼ਿੰਦਗੀ ਦਾ ਸਹੀ ਰਾਹ ਪਛਾਣਿਆ ਹੈ। ਫਿਰ ਉਹ ਕਿਰਤ ਕਰਨ ਲੱਗੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਕਿਰਤ ਵਿੱਚ ਝੂਠ ਨਹੀਂ ਬੋਲਣਾ, ਛਲ ਨਹੀਂ ਕਰਨਾ, ਕਪਟ ਨਹੀਂ ਕਰਨਾ, ਧੋਖਾ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਵੱਡੀ ਨਹੀਂ ਲੈਣੀ। ਤੇ ਉਹਦੇ ਬਾਰੇ ਗੁਰੂ ਸਾਹਿਬ ਨੇ ਸੁਚੇਤ ਕੀਤਾ ਮਹਿਲਾ ਪਹਿਲਾ ਚ, ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ। ਪਰਾਇਆ ਹੱਕ ਖਾਣਾ, ਕਿਸੇ ਦਾ ਹੱਕ ਮਾਰ ਕੇ ਖਾਣਾ, ਗਰੀਬ ਮਾਰ ਕਰਨੀ, ਜਾਂ ਘੱਟ ਤੋਲ ਕੇ, ਝੂਠ ਬੋਲ ਕੇ, ਬੇਈਮਾਨੀ ਕਰਕੇ, ਛਲ ਕਰਕੇ, ਕਪਟ ਕਰਕੇ ਕਮਾਈ ਘਰ ਚ ਲੈ ਕੇ ਆਣੀ, ਕਹਿੰਦੇ ਉਸ ਸੂਰ ਸਗਾਏ। ਇਸ ਤਰ੍ਹਾਂ ਹੈ ਜਿਵੇਂ ਮੁਸਲਮਾਨ ਸੂਰ ਖਾਣ ਨੂੰ ਬੜਾ ਵੱਡਾ ਗੁਨਾਹ ਮੰਨਦਾ ਹੈ, ਹਿੰਦੂ ਗਾਂ ਖਾਣ ਨੂੰ ਬੜਾ ਵੱਡਾ ਪਾਪ ਮੰਨਦਾ ਹੈ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਹੈ। ਤੇ ਕਹਿੰਦੇ ਗੁਰਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਕਿਉਂਕਿ ਇਹ ਉਹਨਾਂ 'ਚ ਵਿਚਾਰ ਬਣਿਆ ਹੋਇਆ ਵੀ ਅਸੀਂ ਤੇ ਹੁਣ ਕਲਮਾ ਪੜ੍ਹ ਲਿਆ, ਮੁਸਲਮਾਨ ਹੋ ਗਏ, ਹੁਣ ਤੇ ਪੈਗੰਬਰ ਸਾਹਿਬ ਨੇ ਸਾਡੀ ਹਾਮੀ ਭਰ ਦੇਣੀ ਹੈ, ਜੋ ਮਰਜ਼ੀ ਕਰੋ, ਤੇ ਸਾਡੀ ਤੇ ਬੇਸ਼ਤਰ ਸੀਟ ਪੱਕੀ ਹੋ ਗਈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਦਾ ਹਰਾਮ। ਗੁਰੂ ਪੀਰ ਵੀ ਤਾਂ ਹੀ ਹਾਮੀ ਭਰੇਗਾ, ਤਾਂ ਹੀ ਸਿਫਾਰਿਸ਼ ਕਰੇਗਾ ਜੇ ਮਨੁੱਖ
ਮੁਰਦਾਰ ਨਹੀਂ ਖਾਏਗਾ, ਹਰਾਮ ਨਹੀਂ ਖਾਏਗਾ। ਗੱਲੀ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਕਹਿੰਦੇ ਗੱਲੀ ਬਾਤੀ ਨਹੀਂ ਪਿਸ਼ਤ ਜਾ ਹੋਣਾ, ਛੁੱਟੈ ਸੱਚ ਕਮਾਏ। ਸੱਚ ਨੂੰ ਅਪਣਾ ਕੇ, ਸਿਰਫ ਸੱਚ ਦੀ ਵਿਆਖਿਆ ਕਰਕੇ, ਸੱਚ ਬਾਰੇ ਲਿਖ ਕੇ, ਸੱਚ ਬਾਰੇ ਬੋਲ ਕੇ, ਸੱਚ ਬਾਰੇ ਲੈਕਚਰ ਦੇ ਕੇ ਗੱਲ ਨਹੀਂ ਬਣਨੀ। ਜਦੋਂ ਤੱਕ ਜੀਵਨ ਵਿੱਚ ਸੱਚ ਨਹੀਂ ਆਏਗਾ ਤਦੋਂ ਤੱਕ ਪਿਸ਼ਤ, ਜਿਹਦੀ ਤੁਸੀਂ ਆਸ ਲਾ ਕੇ ਬੈਠੇ ਹੋ ਉੱਤੇ ਨਹੀਂ ਪਹੁੰਚ ਸਕਦੇ। ਮਾਰਨ ਪਾਏ ਹਰਾਮ ਨੇ, ਮਾਰਨ ਦਾ ਇੱਥੇ ਮਤਲਬ ਮਸਾਲੇ, ਜਸਟੀਫਿਕੇਸ਼ਨ, ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ ਆਪਣੀ ਚੁਸਤੀਆਂ ਚਲਾਕੀਆਂ ਕਰਦੇ ਹਾਂ। ਖਾਸ ਤੌਰ ਤੇ ਜਿਹੜੀ ਆਮ ਜਿਹੜੀ ਇੱਕ ਆਰਗੂਮੈਂਟ ਵਰਤੀ ਜਾਂਦੀ ਹੈ, ਦੇਖੋ ਜੀ ਸਾਰੇ ਹੀ ਕਰਦੇ ਨੇ, ਜੇ ਅਸੀਂ ਇੱਕ ਨੇ ਕਰ ਲਿਆ ਤੇ ਕੀ ਫਰਕ ਪੈ ਗਿਆ। ਪਰ ਗੁਰਬਾਣੀ ਸੁਚੇਤ ਕਰਦੀ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਵੇਰਾ ਤੇਰੇ ਜੀ ਪੈ ਲੀਜੈ। ਇੱਕ ਅਸੀਂ ਆਮ ਜ਼ਿੰਦਗੀ 'ਚ ਵੀ ਦੇਖਦੇ ਹਾਂ, ਮੰਨ ਲਓ ਕੋਈ ਚੋਰ ਕੋਰਟ ਵਿੱਚ ਪੇਸ਼ ਹੋ ਜਾਏ ਤੇ ਜੱਜ ਜਿਹੜੇ ਉਹਨੂੰ ਸਵਾਲ ਤਲਬੀ ਕਰੇ ਤੇ ਚੋਰ ਕਹੇ, ਦੇਖੋ ਜੱਜ ਸਾਹਿਬ ਤੁਸੀਂ ਤੇ ਮੈਨੂੰ ਐਵੇਂ ਫੜ ਲਿਆ, ਬਾਜ਼ਾਰ ਵਿੱਚ ਇੰਨੇ ਹਜ਼ਾਰੋਂ ਚੋਰ ਆਪਣੇ ਫਿਰਦੇ ਨੇ, ਤੁਸੀਂ ਉਹਨਾਂ ਨੂੰ ਤੇ ਫੜਦੇ ਨਹੀਂ, ਤੁਸੀਂ ਮੈਨੂੰ ਐਵੇਂ ਫੜ ਲਿਆ। ਸੋ ਕੋਈ ਵੀ ਜੱਜ ਜਿਹੜਾ ਹੈ ਉਹ ਉਹਦੇ ਇਸ ਤਰਕ ਨੂੰ, ਇਸ ਦਲੀਲ ਨੂੰ ਪ੍ਰਵਾਨ ਨਹੀਂ ਕਰੇਗਾ। ਸੋ ਮਾਰਨ ਪਾਏ ਹਰਾਮ ਮੈਂ, ਇੱਦਾਂ ਜਸਟੀਫਿਕੇਸ਼ਨ ਦੇ ਕੇ, ਦੇਖੋ ਜੀ ਉਹ ਫਲਾਣੇ ਮੰਤਰੀ ਤੇ ਕਰੋੜੋਂ ਖਾ ਲਏ, ਮੈਂ ਤੇ ਸਿਰਫ 5000 ਹੀ ਖਾਦੇ ਨੇ। ਸੋ ਇੱਦਾਂ ਦੇ ਦਲੀਲਾਂ ਦੇ ਕੇ ਕਹਿੰਦੇ ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਇੱਦਾਂ ਦੀ ਦਲੀਲਾਂ ਦੇ ਕੇ ਹਰਾਮ ਦੀ ਕਮਾਈ ਜਿਹੜੀ ਹੈ ਉਹ ਹਲਾਲ ਦੀ ਨਹੀਂ ਹੋ ਜਾਂਦੀ। ਨਾਨਕ ਗੱਲੀ ਕੂੜੀ, ਕੂੜੋਂ ਪੱਲੇ ਪਾਏ। ਇਹ ਨਾਨਕ ਕੂੜ ਦੀਆਂ ਗੱਲਾਂ ਦੇ ਨਾਲ ਕੂੜ ਹੀ ਪੱਲੇ ਪਏਗਾ। ਕੂੜ ਬੀਜਾਂਗੇ ਤੇ ਕੂੜ ਹੀ ਵੱਢਣਾ ਪਏਗਾ। ਨਾਨਕ ਕੂੜਾ ਕੱਤਿਆ, ਕੂੜਾ ਤਣੀਐ ਤਾਣ, ਕੂੜਾ ਕੱਪੜ ਕੱਛੀਐ, ਕੂੜਾ ਪਹਿਨਣ ਮਾਣ। ਜੇ ਅਸੀਂ ਕੂੜ ਕੱਤਾਂਗੇ ਤੇ ਸੂਤਰ ਵੀ ਕੂੜ ਦਾ ਤਿਆਰ ਹੋਏਗਾ, ਫਿਰ ਕੱਪੜਾ ਵੀ ਕੂੜ ਦਾ ਤਿਆਰ ਹੋਏਗਾ, ਫਿਰ ਜਿਲੇ ਉਹਨੂੰ ਵੱਢ ਕੇ ਉਹਦਾ ਨਾਪ ਲੈ ਕੇ ਕੁੜਤਾ ਪਜਾਮਾ ਬਣਾਵਾਂਗੇ ਉਹ ਵੀ ਕੂੜ ਦਾ ਬਣੇਗਾ। ਜਿਲੇ ਪਾਵਾਂਗੇ ਜਿਹੜਾ ਤਨ ਢੱਕੇਗਾ ਨਾ, ਉਹ ਕਹਿੰਦੇ ਉਹ ਇੱਜ਼ਤ ਵਾਲਾ ਨਹੀਂ ਹੋਗਾ, ਉਹ ਵੀ ਕੂੜ ਦਾ ਹੀ ਹੋਏਗਾ। ਕੱਚਾ ਧਨ ਤੇ ਸੱਚਾ ਧਨ, ਇਹਦਾ ਜ਼ਿਕਰ ਗੁਰਬਾਣੀ ਚ ਆਇਆ। ਕੱਚਾ ਧਨ ਉਹ ਹੈ ਜੋ ਅਸੀਂ ਕਿਰਤ ਰਾਹੀਂ ਕਮਾਉਂਦੇ ਹਾਂ, ਉਹਦੀ ਵੀ ਲੋੜ ਹੈਗੀ ਹੈ, ਪਰ ਉਹਦੀਆਂ ਕੋਈ ਸੀਮਾਵਾਂ ਹਨ, ਉਹ ਨਾਲ ਨਹੀਂ ਨਿਭਦਾ, ਉਹ ਹਰ ਜਗ੍ਹਾ ਸਹਾਈ ਨਹੀਂ ਹੁੰਦਾ। ਪਰ ਲੋਕ ਦੀ ਗੱਲ ਤੇ ਛੱਡੋ, ਲੋਕ ਵਿੱਚ ਵੀ ਹਰ ਥਾਂ ਤੇ ਸਹਾਈ ਨਹੀਂ ਹੁੰਦਾ। ਠੀਕ ਹੈ ਨਾ ਜੀ। ਅਸੀਂ ਬੜੇ ਬੰਦੇ ਦੇਖਦੇ ਹਾਂ, ਬੜਾ ਪੈਸਾ ਹੁੰਦਾ ਤੇ ਫਿਰ ਵੀ ਬੜੇ ਦੁਖੀ ਹੁੰਦੇ ਨੇ, ਕਿਉਂਕਿ ਪੈਸਾ ਹਰ ਫੀਲਡ ਵਿੱਚ ਕੰਮ ਨਹੀਂ ਆਉਂਦਾ। ਹਾਂ, ਬਿਜਲੀ ਦਾ ਬਿੱਲ ਦੇਣ ਲਈ ਪੈਸੇ ਚਾਹੀਦੇ ਨੇ, ਸਬਜ਼ੀਆਂ ਲਿਆਉਣੀਆਂ, ਦਾਲਾਂ ਲਿਆਉਣੀਆਂ ਨੇ, ਆਪਣਾ ਪੈਟਰੋਲ ਪਵਾਉਣਾ ਹੈ, ਬਿਲਕੁਲ ਠੀਕ ਹੈ। ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਕਿਹਾ, ਗੁਰੂ ਸਾਹਿਬ ਨੇ ਕਿਹਾ ਵੀ ਕਿਰਤ ਕਰੋ, ਤੇ ਕਿਰਤ ਕਰਕੇ ਇਹ ਸਾਰੀਆਂ ਲੋੜਾਂ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ। ਪਰ ਜਦੋਂ ਅਸੀਂ ਸਿਰਫ ਤੇ ਸਿਰਫ ਪੈਸੇ ਨੂੰ ਨਿਸ਼ਾਨਾ ਬਣਾ ਲੈਂਦੇ ਹਾਂ, ਪੈਸੇ ਨੂੰ ਹੀ ਜੀਵਨ ਦਾ ਮਕਸਦ ਬਣਾ ਲੈਂਦੇ ਹਾਂ, ਤਦ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਜ਼ਰ ਕਾਰਨ, ਇਹ ਜੱਜੇ ਦੇ ਪੈਰ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਪੈਰ ਬਿੰਦੀ ਵੀ ਨਹੀਂ ਹੈਗੀ ਤੇ ਨਾ ਹੀ ਅੱਧਕ ਹੈਗਾ। ਪਰ ਸ਼ਬਦ ਦੇਖਣਾ ਪੈਂਦਾ, ਉਹਦੀ ਜਾਣਕਾਰੀ ਹੋਣੀ ਚਾਹੀਦੀ। ਜਰ ਦਾ ਮਤਲਬ ਜੇ ਅਸੀਂ ਜਰ ਪੜਾਂਗੇ ਤੇ ਹੋ ਜਾਏਗਾ ਬੁਢਾਪਾ, ਤੇ ਇਹ ਹੈਗਾ ਫਾਰਸੀ ਦਾ ਸ਼ਬਦ ਜ਼ਰ। ਇਹਨੂੰ ਚੇਤਾ ਰੱਖਣ ਦਾ ਇੱਕ ਤਰੀਕਾ, ਅਸੀਂ ਆਮ ਤੌਰ ਤੇ ਕਹਿੰਦੇ ਜ਼ਰੀ ਦਾ ਕੰਮ ਹੋਇਆ ਹੈ, ਕਹਿੰਦੇ ਨੇ ਇਹ ਕੱਪੜੇ ਉੱਤੇ ਜ਼ਰੀ ਦਾ ਕੰਮ ਹੋਇਆ ਹੈ, ਅਰਥਾਤ ਉੱਤੇ ਸੋਨੇ ਦੀ ਬਰੀਕ ਤਾਰਾਂ ਨਾਲ ਕਢਾਈ ਕੀਤੀ ਹੁੰਦੀ ਹੈ। ਸੋ ਜ਼ਰ ਦਾ ਮਤਲਬ ਹੈ ਸੋਨਾ, ਦੌਲਤ। ਕਹਿੰਦੇ ਇਸ ਜ਼ਰ ਕਾਰਨ ਘਣੀ ਵਿਗੁੱਤੀ, ਇਨ ਜ਼ਰ ਘਣੀ ਖੁਆਈ। ਇਸ ਦੌਲਤ ਦੇ ਕਰਕੇ ਬੜੀ ਲੁਕਾਈ ਜਿਹੜੀ ਹੈ ਉਹ ਖੁਆਰ ਹੁੰਦੀ ਹੈ। ਇਨ ਜ਼ਰ ਘਣੀ ਖੁਆਈ, ਤੇ ਇਸ ਦੌਲਤ ਨੇ ਬੜਿਆਂ ਨੂੰ ਖੁਆਰ ਕੀਤਾ ਹੈ। ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਲੋੜਾਂ ਤੋਂ ਉੱਪਰ ਉੱਠ ਕੇ ਇਕੱਠੀ ਕਰਨ ਦੀ ਜਿਹੜੀ ਬਿਰਤੀ ਹੈ, ਉਹ ਕਹਿੰਦੇ ਪਾਪ ਤੋਂ ਬਿਨਾਂ, ਜ਼ੁਲਮ ਤੋਂ ਬਿਨਾਂ, ਧੱਕਾ ਕੀਤੇ ਬਿਨਾਂ ਇਹ ਨਹੀਂ ਇਕੱਠੀ ਹੁੰਦੀ, ਤੇ ਮੋਇਆ ਸਾਥ ਨਾ ਜਾਈ। ਤੇ ਜਿਹੜੇ ਬੰਦਾ ਮਰ ਜਾਂਦਾ, ਜਿਹਨੇ ਇਕੱਠੀ ਕੀਤੀ ਹੁੰਦੀ, ਉਹਦੇ ਨਾਲ ਨਹੀਂ ਜਾਂਦੀ। ਤੇ ਕਹਿੰਦੇ ਪਰ ਇਹ ਅਕਾਲ ਪੁਰਖ ਦੀ ਖੇਡ ਹੈ, ਵਾਹਿਗੁਰੂ ਨੇ ਇਸ ਤਰ੍ਹਾਂ ਦੇ ਬੰਦੇ ਹੀ ਬਣਾਏ ਨੇ ਜਿਸ ਨੂੰ ਆਪ ਵਾਹਿ ਕਰਤਾ ਖੁਸ ਲਏ ਚੰਗਿਆਈ। ਅਰਥਾਤ ਇਧਰੋਂ ਇਹ ਪਤਾ ਲੱਗ ਗਿਆ, ਸਪਸ਼ਟ ਹੋ ਗਿਆ ਕਿ ਇਹ ਮਾਇਆ ਦੇ ਪਿੱਛੇ ਦੌੜਨਾ ਇੱਕ ਚੰਗਿਆਈ ਖੁੱਸਣ ਵਾਲੀ ਗੱਲ ਹੈ। ਸੋ ਸਾਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ। ਮਨ ਮਾਇਆ ਮੈਂ ਮਦ ਰਹੇ ਹੋ, ਬਿਸਰਿਓ ਗੋਬਿੰਦ ਨਾਮ। ਇਹ ਗੱਲ ਬੜੀ ਸਪਸ਼ਟ ਹੈਗੀ ਹੈ। ਜਦੋਂ ਮਨੁੱਖ ਮਾਇਆ ਦੇ ਵਿੱਚ ਹੀ ਖਚਿਤ ਹੋ ਜਾਂਦਾ ਹੈ ਤੇ ਫਿਰ ਉਹ ਸਿਮਰਨ ਬੰਦਗੀ ਵਾਲੇ ਪਾਸੇ ਉਹਦੀ ਰੁਚੀ ਨਹੀਂ ਬਣਦੀ। ਸੋ ਦੋਨੋਂ ਗੱਲਾਂ ਨੂੰ ਕਈ ਵਾਰ ਹੇਰਾ ਫੇਰੀ ਕਰ ਬੰਦੇ ਧਰਮ ਦੇ ਨਾਮ ਤੇ ਦਾਨ ਵੀ ਕਰੀ ਜਾਂਦੇ ਨੇ। ਉਹ ਜਿਹੜੀ ਬੇਈਮਾਨੀ ਦੀ ਕਮਾਈ ਹੈ ਉਹ ਚੋਂ ਕਹਿੰਦੇ ਰੁਮਾਲਾ ਚੜਾ ਦਿੰਦੇ ਆ, ਹੁਣ ਸ਼ਾਇਦ ਇਹ ਗੱਲ ਠੀਕ ਹੋ ਜਾਏਗੀ, ਜਾਂ ਮੈਂ ਗੁਰਦੁਆਰੇ 'ਚ ਏਸੀ ਲਵਾ ਦਿੰਦਾ, ਜਾਂ ਗੁਰਦੁਆਰੇ 'ਚ ਮੈਂ ਕਲੀਨ ਵਿਛਵਾ ਦਿੰਦਾ, ਜਾਂ ਸੰਗਤ ਲਈ ਮੈਂ ਇਹ ਕੰਮ ਕਰਵਾ ਦਿੰਦਾ, ਜਾਂ ਸੰਗਤ ਦੀ ਯਾਤਰਾ ਲਈ ਮੈਂ ਬੱਸਾਂ ਲਵਾ ਦਿੰਦਾ। ਇਹ ਜਿਹੜੀ ਚੁਸਤੀਆਂ ਚਲਾਕੀਆਂ ਧਰਮ ਦੇ ਨਾਮ ਤੇ ਜਿਹੜੀਆਂ ਕੀਤੀਆਂ ਜਾਂਦੀਆਂ, ਇਹ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰਾਂ ਵਿੱਚੋਂ ਕਦੀ ਵੀ ਪ੍ਰਵਾਨ ਨਹੀਂ ਹੁੰਦੀਆਂ, ਤੇ ਨਾ ਹੀ ਇਹ ਮਤਲਬ ਕਿ ਉਹ ਤੋਂ ਲੁਕ ਸਕਦੀਆਂ ਨੇ। ਸੋ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਸੋ ਇਹ ਜਿਹੜੀ ਇਹ ਚੰਗਿਆਈ ਖੁੱਸਣ ਵਾਲੀ ਬਿਰਤੀ ਹੈ, ਮਾਇਆ ਦੇ ਪਿੱਛੇ ਜਾ ਕੇ ਇੱਦਾਂ ਦੇ ਕੰਮ ਕਰਨੇ, ਉਹ ਫਿਰ ਕਹਿੰਦੇ
ਇਹ ਖੁਆਰੀ ਹੁੰਦੀ ਹੈ ਤੇ ਇਹ ਅਸੂਲ ਵਾਹਿਗੁਰੂ ਨੇ ਆਪ ਹੀ ਬਣਾਇਆ ਹੋਇਆ ਹੈ। ਉਸ ਪਾਸੇ ਜਿਸ ਬੰਦੇ ਨੂੰ ਖੁਆਰ ਕਰਨਾ ਹੋਏ ਤੇ ਵਾਹਿਗੁਰੂ ਫਿਰ ਉਸ ਕੋਲੋਂ ਉਹਦੀ ਇਹ ਚੰਗਿਆਈ ਜਿਹੜੀ ਹੈ ਸੰਤੋਖ ਵਾਲੀ ਖੋਹ ਲੈਂਦਾ ਹੈ। ਕਹਿੰਦੇ ਫਿਰ ਹੁਣ ਅੱਗੇ ਸੱਚੇ ਧਨ ਦੀ ਗੱਲ ਵੀ ਕਰ ਲਈਏ, ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਇਹ ਤਨ ਸਰਬ ਰਿਹਾ ਭਰਪੂਰ। ਇਹ ਸੱਚਾ ਧਨ ਜਿਹੜਾ ਹੈ ਇਹ ਸਭ ਭਰਪੂਰ, ਕੈਨੇਡਾ 'ਚ ਵੀ ਹੈਗਾ, ਸ਼੍ਰੀਲੰਕਾ 'ਚ ਵੀ ਹੈਗਾ, ਪਾਕਿਸਤਾਨ 'ਚ ਵੀ ਹੈਗਾ, ਪਹਾੜਾਂ 'ਚ ਵੀ ਹੈਗਾ, ਜੰਗਲਾਂ 'ਚ ਵੀ ਹੈਗਾ, ਸਮੁੰਦਰ 'ਚ ਵੀ ਹੈਗਾ, ਝੌਂਪੜੀ 'ਚ ਵੀ ਹੈਗਾ, ਮਹਿਲ 'ਚ ਵੀ ਹੈਗਾ, ਕਣ ਕਣ ਵਿੱਚ ਹੈਗਾ। ਇਹ ਧਨ ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ ਨਾ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਸੋ ਕਹਿੰਦੇ ਇਹ ਧਨ ਸਰਬ ਰਿਹਾ ਭਰਪੂਰ, ਪਰ ਮਨਮੁਖ ਫਿਰੇ। ਪਰ ਜਿਹੜੇ ਮਨਮੁਖ ਨੇ ਉਹ ਭਟਕਦੇ ਰਹਿੰਦੇ ਨੇ ਮਾਇਆ ਦੇ ਪਿੱਛੇ, ਸੇ ਜਾਣੇ ਦੂਰ। ਉਹ ਕਹਿੰਦੇ ਖਰੇ ਹੈ ਧਨ ਕਿਤੇ ਦੂਰ ਹੈਗਾ, ਕਿਤੇ ਸੱਤਵੇਂ ਅਸਮਾਨ ਤੇ ਹੈਗਾ, ਕਿਤੇ ਜੰਗਲਾਂ 'ਚ ਹੈਗਾ, ਕਿਤੇ ਹੋਰ ਹੈਗਾ। ਸੋ ਇਸ ਧਨ ਦੀ ਖਾਸੀਅਤ ਕੀ ਹੈਗੀ ਹੈ? ਕਹਿੰਦੇ ਇਹ ਧਨ ਨਾ ਜਲੈ, ਨਾ ਤਸਕਰ ਲੈ ਜਾਏ। ਜਿਹੜਾ ਇਹ ਸੱਚਾ ਧਨ ਨੇ, ਇਹ ਅੱਗ ਸਾੜ ਨਹੀਂ ਸਕਦੀ ਤੇ ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ। ਨਾ ਇਹ ਧਨ ਡੁੱਬੈ ਤੇ ਨਾ ਇਹ ਧਨ ਡੁੱਬਦਾ। ਬਾਕੀ ਤੇ ਸੋਨਾ ਵੀ ਡੁੱਬ ਜਾਂਦਾ ਹੈ, ਚਾਂਦੀ ਵੀ ਡੁੱਬ ਜਾਂਦੀ, ਹੀਰੇ ਮੋਤੀ ਡੁੱਬ ਜਾਂਦੇ ਨੇ, ਨੋਟ ਪਾਣੀ ਸਿੱਟ ਦੋ ਗਲ ਜਾਂਦੇ ਨੇ, ਉਹ ਵੀ ਡੁੱਬ ਜਾਂਦੇ ਨੇ। ਨਾ ਇਹ ਧਨ ਡੁੱਬੈ, ਨਾ ਇਸ ਧਨ ਕੋ ਮਿਲੇ ਸਜ਼ਾਏ। ਇਹ ਤੇ ਕੋਈ ਈਡੀ ਰੇਡ ਨਹੀਂ ਮਾਰ ਸਕਦੀ, ਇਨਫੋਰਸਮੈਂਟ ਡਾਇਰੈਕਟਰ, ਕੋਈ ਇਨਕਮ ਟੈਕਸ ਵਾਲਾ ਵੀ ਰੇਡ ਨਹੀਂ ਮਾਰ ਸਕਦਾ। ਇਹ ਤੇ ਕੋਈ ਕਮਿਸ਼ਨ, ਕੋਈ ਟੈਕਸ ਨਹੀਂ ਲੱਗਦਾ, ਇਹਨੂੰ ਕੋਈ ਸਜ਼ਾ ਨਹੀਂ ਮਿਲਦੀ, ਕੋਈ ਫਾਈਨ ਨਹੀਂ ਮਿਲਦਾ ਲੱਗਦਾ। ਸੋ ਕਹਿੰਦੇ ਇਹ ਧਨ ਦੀ ਖੂਬੀ ਅਗਲੀ ਕਿਹੜੀ? ਕਹਿੰਦੇ ਇੱਕ ਬਾਤ ਅਨੂਪ ਸੁਣੋ ਨਰ ਭਾਈ। ਇਹ ਭਰਾਵੋ, ਇਹ ਵੀਰੋ, ਇੱਕ ਅਨੂਪ ਬੜੀ ਸੋਹਣੀ ਗੱਲ ਇਸ ਧਨ ਬਾਰੇ ਸੁਣੋ। ਇਸ ਧਨ ਬਿਨ ਕਹੋ ਕਿਨੈ ਪਰਮਗਤ ਪਾਈ। ਅਰਥਾਤ ਕਿਸੇ ਵੀ ਮਨੁੱਖ ਨੇ ਇਸ ਧਨ ਤੋਂ ਬਿਨਾ, ਇਹ ਸੱਚੇ ਧਨ ਤੋਂ ਬਿਨਾ, ਨਾਮ ਤੋਂ ਬਿਨਾ ਕਿਸੇ ਨੇ ਵੀ ਪਰਮ ਅਵਸਥਾ, ਪਰਮ ਮੁਕਤੀ, ਪਰਮ ਜਿਹੜੀ ਗਤੀ ਹੈ ਨਹੀਂ ਪਾਈ। ਭਣਤ ਨਾਨਕ ਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹ ਧਨ ਪਾਏ। ਇਹ ਧਨ ਪ੍ਰਾਪਤ ਕਿੱਦਾਂ ਹੁੰਦਾ ਹੈ? ਸਤਿਗੁਰੂ ਨਾਲ ਜੁੜਨ ਦੇ ਨਾਲ। ਸਤਿਗੁਰੂ ਦੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪ੍ਰਭ ਬੇਅੰਤ ਕੋ ਗੁਰਮਤਿ ਪਾਵੈ, ਮਨ ਮੇਰੇ ਗੁਰ ਬਚਨੀ ਨਿਤ ਪਾਈ। ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ, ਸਹਿਜ ਪਾਠ ਕਰਨਾ, ਭਾਵੇਂ ਇੱਕ ਅੰਕ ਕਰੋ, ਭਾਵੇਂ ਦੋ ਅੰਕ ਕਰੋ, ਰੋਜ਼ ਬਾਣੀ ਪੜ੍ਹੋ, ਵਿਚਾਰੋ, ਕੰਠ ਕਰੋ, ਤੁਰਦੇ ਫਿਰੇ ਉਹਨੂੰ ਗਾਓ ਤੇ ਉਹਨੂੰ ਰਿੜਕੋ, ਉਹਨੂੰ ਵਿਚਾਰੋ, ਉਹਨੂੰ ਸੋਚੋ, ਤੇ ਉਹਦੇ ਨਾਲ ਫਿਰ ਇਹ ਧਨ ਪ੍ਰਾਪਤ ਹੁੰਦਾ ਹੈ। ਸਤਿਗੁਰ ਮਿਲੇ ਤਾਂ ਇਹ ਧਨ ਪਾਏ। ਤੇ ਕਹਿੰਦੇ ਜਦੋਂ ਇਹ ਧਨ ਮਿਲ ਜਾਂਦਾ ਹੈ, ਫਿਰ ਭਣਤ ਨਾਨਕ ਕਥ ਕੀ ਕਥਾ ਸੁਣਾਏ। ਕਹਿੰਦੇ ਫਿਰ ਉਹ ਮਨੁੱਖ ਜਿਹੜਾ ਹੈ, ਉਹ ਫਿਰ ਮੈਂ ਦੀ ਗੱਲਾਂ ਛੱਡ ਦਿੰਦਾ, ਉਹ ਫਿਰ ਅਕਥ ਕੀ ਕਥਾ ਸੁਣਾਏ। ਉਹ ਫਿਰ ਜਿੱਥੇ ਵੀ ਉੱਠਦਾ ਬੈਠਦਾ ਹੈ, ਉਹ ਤੇ ਅਕਥ ਪਰਮਾਤਮਾ ਦੇ ਜਿਹੜੇ ਗੁਣ ਦੱਸੇ ਨਹੀਂ ਜਾ ਸਕਦੇ, ਉਹਦੀਆਂ ਬਾਤਾਂ ਆਉਂਦਾ ਹੈ, ਦੂਜਿਆਂ ਨੂੰ ਵੀ ਇਸ ਪਾਸੇ ਜੋੜਦਾ ਹੈ। ਹੁਣ ਆ ਜਾਈਏ ਸੁੱਖ ਦੁੱਖ। ਜਿਹੜੀ ਇਹ ਗੱਲ ਹੈ, ਇਹ ਲੋਕਾਂ ਨੂੰ ਬੜੀ ਪਰੇਸ਼ਾਨ ਕਰਦੀ ਹੈ। ਕੋਰੋਨਾ 'ਚ ਬੜੇ ਲੋਕੀ ਦੁਖੀ ਹੋਏ, ਕੋਈ ਡਿਪਰੈਸ਼ਨ ਵਿੱਚ ਚਲਾ ਗਿਆ, ਕੋਈ ਸੁਸਾਈਡਲ ਆ ਗਿਆ, ਕੋਈ ਕਹਿੰਦਾ ਇਹ ਹੋ ਗਿਆ, ਕੋਈ ਕਹਿੰਦਾ ਉਹ ਹੋ ਗਿਆ। ਪਰ ਮੈਨੂੰ ਪੂਰਾ ਯਕੀਨ ਹੈ ਜਿਹੜੇ ਗੁਰਮੁਖ ਬੰਦੇ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਇਹ ਬਾਣੀ ਦੀ ਪੰਕਤੀਆਂ ਪੜ੍ਹ ਕੇ ਸਾਨੂੰ ਸਪਸ਼ਟ ਹੋ ਜਾਏਗਾ। ਸੁੱਖ ਦੁੱਖ, ਕਹਿੰਦੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਇਹ ਤਾਂ ਸਾਰੇ ਜਾਣਦੇ ਹਾਂ। ਕਦੀ ਕੋਈ ਬੰਦਾ ਦੁੱਖ ਲਈ ਅਰਦਾਸ ਕਰਦਾ? ਚਲੋ ਅਰਦਾਸ ਛੱਡੋ, ਜਿਹੜੇ ਬੰਦੇ ਮਨਮੁਖ ਵੀ ਨੇ ਉਹ ਕੋਈ ਪਲੈਨਿੰਗ ਕਦੀ ਸੁੱਖ ਲਈ, ਕਦੀ ਦੁੱਖ ਲਈ ਕਰਦੇ ਨੇ ਵੀ ਮੈਂ ਦੁਖੀ ਹੋਣਾ ਤਾਂ ਮੈਂ ਪਲੈਨਿੰਗ ਕਰਨੀ ਹੈ, ਤਾਂ ਮੈਂ ਵਿਉਂਤ ਬਣਾਉਣੀ ਹੈ। ਕਹਿੰਦੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਹਰ ਕੋਈ ਸੁੱਖ ਮੰਗਦਾ ਹੈ ਪਰ ਦੁੱਖ ਨਹੀਂ ਮੰਗਦਾ। ਪਰ ਭੁਲੇਖਾ ਹੈ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀਆਂ ਚੀਜ਼ਾਂ ਮੈਂ ਮੰਗ ਰਿਹਾ ਇਹ ਦੁੱਖਾਂ ਦਾ ਕਾਰਨ ਬਣਦੀਆਂ ਨੇ। ਤੇ ਵਾਰ-ਵਾਰ ਮਾਇਕ ਦੁੱਖ, ਮਾਇਕ ਸੁੱਖ ਹੀ ਮੰਗਦਾ ਰਹਿੰਦਾ, ਸਰੀਰ ਦੇ ਸੁੱਖ ਹੀ ਮੰਗਦਾ ਰਹਿੰਦਾ। ਕਹਿੰਦੇ ਸੁੱਖ ਹੈ ਕੋ ਦੁੱਖ ਅਗਲਾ। ਉਹ ਜਿਹੜਾ ਸੁੱਖ ਮੰਗਦਾ ਹੈ ਉਹ ਦੁੱਖ ਵਿੱਚ ਤਬਦੀਲ ਹੋ ਕੇ ਮਲਟੀਪਲਾਈ ਹੋ ਜਾਂਦਾ, ਉਹਦੇ ਗਲ ਪੈ ਜਾਂਦਾ। ਉਹੀ ਸੁੱਖ ਜਿਹੜਾ ਹੈ, ਜਿਹੜਾ ਨੇ ਮੰਗਿਆ, ਕੋ ਦੁੱਖ ਅਗਲਾ। ਮਨਮੁਖ ਬੂਝ ਨਾ ਹੋਏ, ਜਿਹੜਾ ਮਨ ਦਾ ਮੁਰੀਦ ਹੈ ਉਹਦੇ ਕੋਲ ਵਿਵੇਕ ਬੁੱਧੀ ਹੁੰਦੀ ਨਹੀਂ। ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਇੱਕ ਥਾਂ ਤੇ ਹੋਰ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੋ ਮਨਮੁਖ ਇਸ ਭੰਬਲ ਭੂਸੇ 'ਚ, ਇਸ ਘੁੰਮਣ ਘੇਰੀ 'ਚ ਫਸਿਆ ਰਹਿੰਦਾ ਹੈ। ਬਾਰ-ਬਾਰ ਉਹ ਕਹਿੰਦਾ ਹੁਣ ਮੈਨੂੰ ਖਰੇ ਇੰਨੇ ਪੈਸੇ ਆਉਣਗੇ ਤਾਂ ਸੁੱਖ ਹੋ ਜਾਏਗਾ, ਜੇ ਮੈਨੂੰ ਇਹ ਪਦਾਰਥ ਮਿਲਣਗੇ ਤਾਂ ਮੈਂ ਸੁਖੀ ਹੋ ਜਾਵਾਂਗਾ। ਇਹ ਪਦਾਰਥ, ਉਹ ਜਿੰਨੇ ਪਦਾਰਥਕ ਸੁੱਖ ਮੰਗਦਾ ਹੈ, ਦੁੱਖ ਉਹਦੇ ਕੋਲ ਮਲਟੀਪਲਾਈ ਹੋ ਕੇ ਆਉਂਦੇ ਰਹਿੰਦੇ। ਤੇ ਕਹਿੰਦੇ ਸੁੱਖ ਦੁੱਖ ਸਮਕਰ ਜਾਣੀਏ, ਸ਼ਬਦ ਭੇਦ ਸੁੱਖ ਹੋਏ। ਪਰ ਕਦੋਂ? ਪਰ ਕਹਿੰਦੇ ਜਦੋਂ ਮਨ ਸ਼ਬਦ ਨਾਲ ਵਿੰਨਿਆ ਜਾਂਦਾ ਹੈ, ਜਦੋਂ ਮਨੁੱਖੀ ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਫਿਰ ਕੀ ਪਤਾ ਲੱਗਦਾ? ਸੁੱਖ ਦੁੱਖ ਸਮਕਰ ਜਾਣੀਏ। ਫਿਰ ਉਹ ਮਨੁੱਖ ਸੁੱਖ ਔਰ ਦੁੱਖ ਨੂੰ ਬਰਾਬਰ ਕਰਕੇ ਜਾਣਦਾ ਹੈ। ਸੁੱਖ ਵਿੱਚ ਬਹੁਤੇ ਭੰਗੜੇ ਨਹੀਂ ਪਾਉਂਦਾ,
ਢੋਲ ਟਮੱਕੇ ਨਹੀਂ ਕਰਦਾ, ਪਾਰਟੀਆਂ ਨਹੀਂ ਕਰਦਾ, ਹਉਮੈ 'ਚ ਨਹੀਂ ਆਉਂਦਾ, ਆਪਣੇ ਤੋਂ ਬਾਹਰ ਨਹੀਂ ਹੁੰਦਾ, ਤੇ ਦੁੱਖ ਵਿੱਚ ਫਿਰ ਢੇਰੀ ਢਾਕੇ ਨਹੀਂ ਪੈਂਦਾ, ਸੁੱਖ ਵਿੱਚ ਵੀ ਸ਼ੁਕਰਾਨਾ ਕਰਦਾ ਹੈ, ਦੁੱਖ ਵਿੱਚ ਵੀ ਹੌਸਲੇ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ। ਸੁੱਖ ਦੁੱਖ ਨੂੰ ਉਹ ਸਮਝ ਆਉਂਦਾ ਹੈ ਕਿ ਸੁਖ ਦੁੱਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਤੇ ਉਹ ਸੁੱਖ ਦਾ ਤੇ ਦੁੱਖ ਦਾ ਆਪਣੇ ਤੇ ਬੇਲੋੜਾ ਅਸਰ ਨਹੀਂ ਹੋਣ ਦਿੰਦਾ। ਤੇ ਇਸ ਤਰ੍ਹਾਂ ਫਿਰ ਕੀ ਹੁੰਦਾ, ਸੁਖ ਹੋਏ ਸ਼ਬਦ ਭੇਦ ਸੁਖ, ਫਿਰ ਉਹਨੂੰ ਸਦੀਵੀ ਸੁਖ ਜਿਹੜਾ ਹੈ ਜੋ ਕਦੀ ਨਾਸ ਨਹੀਂ ਹੁੰਦਾ, ਉਹ ਪ੍ਰਾਪਤ ਹੁੰਦਾ ਹੈ। ਤੇ ਅੱਗੇ ਗੁਰੂ ਸਾਹਿਬ ਨੇ ਹੋਰ ਬੜੀ ਵਧੀਆ ਇੱਕ ਜ਼ਿੰਦਗੀ ਦੀ ਅਸਲੀਅਤ ਦੱਸ ਦਿੱਤੀ ਹੈ। ਕਹਿੰਦੇ ਨਾਨਕ ਬੋਲਣ ਚਖਣਾ, ਝੱਖ ਮਾਰਨੀ, ਝੱਖ ਮਾਰਨੀ, ਬੋਲੀ ਜਾਓ, ਕੋਈ ਫਾਇਦਾ ਨਹੀਂ ਹੈਗਾ, ਟਾਈਮ ਵੇਸਟ ਵੀ ਹੋ ਰਿਹਾ, ਐਨਰਜੀ ਵੇਸਟ ਵੀ ਹੋ ਰਹੀ ਹੈ, ਪਰੇਸ਼ਾਨੀ ਵੀ ਹੋ ਰਹੀ ਹੈ। ਹੁਣ ਕਹਿੰਦੇ ਝੱਖ ਮਾਰਨਾ, ਕਹਿੰਦੇ ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁਖ। ਵੀ हे ਨਾਨਕ, ਵਾਹਿਗੁਰੂ ਨੂੰ ਇਹ ਕਹਿਣਾ ਕਿ ਸੱਚੇ ਪਾਤਸ਼ਾਹ ਮੈਨੂੰ ਤੇ ਸੁੱਖ ਹੀ ਸੁੱਖ ਦੇਈ ਜਾਂ ਦੁੱਖ ਕਦੀ ਨਾ ਦੇਈ। ਇਹ ਤੇ ਉਹ ਗੱਲ ਹੋ ਗਈ ਕਿ ਕਿਸਾਨ ਕਵੇ ਵਾਹਿਗੁਰੂ ਜੀ ਮੀਂਹ ਪਾਈ ਜਾਓ, ਧੁੱਪ ਕਦੀ ਨਹੀਂ ਆਉਣੀ ਚਾਹੀਦੀ, ਗੜੇ ਕਦੀ ਨਹੀਂ ਪੈਣੇ ਚਾਹੀਦੇ। ਅਸੀਂ ਸਾਡੇ ਸਮਾਜ ਵਿੱਚ ਦੇਖਦੇ ਹਾਂ, ਮਤਲਬ ਕਿ ਸਮਾਜ ਵਿੱਚ ਕੀ ਦੁਨੀਆ ਵਿੱਚ ਦੇਖਦੇ ਹਾਂ, ਬਾਹਰਲਾ ਜਗਤ ਜਿਹੜਾ ਹੈ, ਪਤਝੜ ਵੀ ਆਉਂਦੀ ਹੈ, ਬਸੰਤ ਵੀ ਆਉਂਦੀ ਹੈ, ਠੰਡ ਵੀ ਆਉਂਦੀ ਹੈ, ਗਰਮੀ ਵੀ ਆਉਂਦੀ ਹੈ, ਤੇ ਇਹ ਸਾਈਕਲ ਹਰ ਸਾਲ ਦੁਹਰਾਇਆ ਜਾਂਦਾ ਹੈ, ਹਮੇਸ਼ਾ ਇਦਾਂ ਹੁੰਦਾ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਗੁਰੂ ਸਾਹਿਬ ਤੇ ਬਹੁਤ ਸੋਹਣੇ ਢੰਗ ਨਾਲ ਸਮਝਾਉਂਦੇ ਨੇ। ਕਹਿੰਦੇ ਜਨਮੇ ਕੋ ਵਾਜੇ ਵਾਧਾਏ, ਕਹਿੰਦੇ ਜਦੋਂ ਜਨਮ ਹੁੰਦਾ ਨਾ, ਵਾਜੇ ਵਜਾਏ ਜਾਂਦੇ ਨੇ, ਢੋਲ ਵਜਾਏ ਜਾਂਦੇ ਨੇ, ਤੇ ਵਧਾਈਆਂ ਦਿੱਤੀਆਂ ਜਾਂਦੀਆਂ। ਸੋਹਿਲੜੇ ਅਗਿਆਨੀ ਗਾਏ, ਤੇ ਗੁਰੂ ਸਾਹਿਬ ਮਤਲਬ ਕਿ ਕਿਉਂਕਿ ਉਹ ਕੁਝ ਹੋਰ ਦੇਖ ਰਹੇ ਨੇ, ਸਾਨੂੰ ਸਮਝ ਨਹੀਂ ਆਉਂਦਾ। ਸੋਹਿਲੜੇ ਅਗਿਆਨੀ ਗਾਏ, ਕਹਿੰਦੇ ਖੁਸ਼ੀ ਦੇ ਗੀਤ ਅਗਿਆਨੀ ਲੋਕ ਗਾਉਂਦੇ ਨੇ, ਜਿਹੜੇ ਜੰਮਦਾ ਨਿਆਣਾ, ਕਿਉਂਕਿ ਜੋ ਜਨਮੇ ਤੇ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ, ਕਿ ਜਿਹਨੇ ਜੋ ਜਨਮ ਹੈ ਤੇ ਉਹਨੇ ਮਰਨਾ ਵੀ ਹੈਗਾ। ਸੋ ਜਨਮ ਦੇ ਵੇਲੇ ਜੋ ਜਿੰਨੀਆਂ ਜ਼ਿਆਦਾ ਖੁਸ਼ੀਆਂ ਮਨਾਏਗਾ, ਮਰਨ ਵੇਲੇ ਉਹ ਉਨਾ ਹੀ ਰੋਏਗਾ। ਇਹ ਕੁਦਰਤੀ ਅਸੂਲ ਹੈ। ਜਿਹੜਾ ਸੁੱਖ ਵਿੱਚ ਜਿੰਨਾ ਜ਼ਿਆਦਾ ਉੱਪਰ ਜਾਏਗਾ, ਦੁੱਖ ਵਿੱਚ ਉਨਾ ਹੀ ਜ਼ਿਆਦਾ ਡਾਵਾਂਡੋਲ ਹੋਏਗਾ। ਇਹ ਗ੍ਰਾਫ ਜਿੰਨਾ ਉੱਪਰ ਜਾਂਦਾ ਹੈ, ਉਹ ਜਿਹੜਾ ਸਾਈਨ ਕਰਵ ਕਾਸ ਕਰਵ ਹੁੰਦੇ ਨੇ, ਉਸ ਤਰ੍ਹਾਂ ਹੀ ਹੈ। ਸੋ ਕਹਿੰਦੇ ਕਦੀ ਵੀ ਵਾਹਿਗੁਰੂ ਨੂੰ ਇਹ ਨਾ ਕਹੋ ਕਿ ਵੀ ਮੈਨੂੰ ਸੁੱਖ ਹੀ ਸੁੱਖ ਦੇ ਤੇ ਦੁੱਖ ਨਾ ਦੇ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਦਰ ਦੇ ਰਾਰੇ ਨੂੰ ਸਿਹਾਰੀਏ ਦਰ ਤੋਂ, ਅਰਥਾਤ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਇਹ ਕੱਪੜੇ ਨੇ ਸੁੱਖ ਤੇ ਦੁੱਖ, ਪਹਿਰੇ ਜਾਏ ਮਨੁੱਖ, ਮਨੁੱਖਾਂ ਨੇ ਪਾਣੇ ਪੈਣੇ ਨੇ। ਜਵਾਨੀ ਸਦਾ ਨਹੀਂ ਰਹਿਣੀ, ਜਵਾਨੀ ਤੇ ਬੁਢਾਪਾ ਵੀ ਹੈਗਾ, ਜਨਮ ਹੈ ਤੇ ਮੌਤ ਵੀ ਹੈਗੀ ਹੈ, ਲਾਹਾ ਹੈ ਤੇ ਟੋਟਾ ਵੀ ਹੈਗਾ। ਜਿਵੇਂ ਕੰਮ ਕਰਾਂਗਾ, ਕਦੀ ਮੈਨੂੰ ਪ੍ਰੋਫਿਟ ਵੀ ਹੋਏਗਾ ਤੇ ਕਦੀ ਮੈਨੂੰ ਲਾਸ ਵੀ ਹੋਏਗਾ, ਇਹ ਮੈਨੂੰ ਮੰਨ ਕੇ ਚੱਲਣਾ ਪਏਗਾ। ਜੇ ਸਰੀਰ ਹੈ ਤੇ ਸਰੀਰ ਤੇ ਸਿਰ ਹੈਗਾ, ਤੇ ਕਦੀ ਸਿਰ ਨੂੰ ਦੁਖਣਾ ਵੀ ਹੈਗਾ, ਕਦੀ ਇਹਨੂੰ ਬੁਖਾਰ ਵੀ ਚੜਨਾ ਹੈ, ਕਦੀ ਇਹਨੂੰ ਸੱਟ ਵੀ ਲੱਗਣੀ ਹੈਗੀ ਹੈ। ਸੋ ਇਹ ਤੇ ਜ਼ਿੰਦਗੀ ਦਾ ਹਿੱਸਾ ਹੈਗਾ। ਤੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਜਿੱਥੇ ਬੋਲ ਕੇ ਹਾਰ ਜਾਣਾ ਹੈ, ਜਿੱਥੇ ਬੋਲ ਕੇ ਕੋਈ ਲਾਭ ਨਹੀਂ, ਜਿਹਦੇ ਬਾਰੇ ਸੁਖਮਨੀ ਸਾਹਿਬ ਚਾਹੁੰਦਾ ਹੈ, ਜਿਸ ਠਾਕੁਰ ਸੋ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਕਿਉਂਕਿ ਸਾਡੇ ਰੋਇਆਂ, ਸਾਡੀ ਗਿਲਾਂ ਕੀਤਿਆਂ, ਇਹ ਜਿਹੜੇ ਹੁਕਮ ਨੇ ਵਾਹਿਗੁਰੂ ਦੇ ਰਚਨਾ ਦੇ, ਇਹ ਅਟਲ ਨੇ, ਇਹ ਬਦਲੇ ਨਹੀਂ ਜਾ ਸਕਦੇ। ਸੋ ਸਾਡੇ ਲਈ ਤੇ ਇਹੀ ਚੰਗਾ ਹੈ ਕਿ ਅਸੀਂ ਗੁਰਬਾਣੀ ਦਾ ਆਸਰਾ ਲੈ ਕੇ, ਗੁਰਬਾਣੀ ਪੜ੍ਹ ਕੇ ਆਤਮਾ ਨੂੰ ਬਲਵਾਨ ਕਰੀਏ, ਤਾਂ ਕਿ ਸਾਨੂੰ ਹੁਕਮ ਵਿੱਚ ਤੁਰਨ ਦੀ ਜਾਚ ਆ ਸਕੇ, ਭਾਣਾ ਮਿੱਠਾ ਮੰਨਣ ਦੀ ਅਸੀਂ ਜਾਚ ਸਿੱਖ ਸਕੀਏ। ਕਰਮਕਾਂਡ ਦੀ ਗੱਲ ਕਰ ਲਈਏ। ਗੁਰੂ ਸਾਹਿਬ ਨੇ ਕਰਮਕਾਂਡ ਨੂੰ ਕਈ ਢੰਗਾਂ ਨਾਲ ਉਪਮਾ ਦਿੱਤੀ ਹੈ। ਕੱਲਰ ਨੂੰ ਸਿੰਜਣਾ, ਕੱਲਰ ਦੇ ਵਿੱਚ ਵਾਹੀ ਕਰਨੀ, ਤੂੰ ਕੁੱਟਣਾ, ਜਾਂ ਫਿਰ ਆਪਣਾ ਪਰਾਲੀ ਘਰ ਲੈ ਕੇ ਆਣੀ, ਦਾਣੇ ਛੱਡੇ ਆਣੇ, ਇਹ ਕਰਮਕਾਂਡ। ਕਰਮਕਾਂਡ ਕੀ ਕਰਦਾ ਬੰਦਾ, ਵੀ ਐਨਰਜੀ ਵੀ ਵੇਸਟ ਹੋ ਰਹੀ ਹੈ, ਸਮਾਂ ਵੀ ਵੇਸਟ ਹੋ ਰਿਹਾ, ਤੇ ਸਰਮਾਇਆ ਵੀ ਲੱਗ ਰਿਹਾ, ਤੇ ਪੱਲੇ ਕੁਛ ਨਹੀਂ ਪੈ ਰਿਹਾ। ਬੰਦਾ ਪਾਣੀ ਰੜਕੀ ਜਾ ਰਿਹਾ, ਤੇ ਮਨ ਚ ਧਾਰੀ ਬੈਠਾ ਜੀ ਮੇਰਾ ਤਾਂ ਮਨ ਬੜਾ ਸਾਫ਼ ਹੈ, ਮੇਰੀ ਭਾਵਨਾ ਬੜੀ ਸ਼ੁੱਧ ਹੈ, ਮੇਰੇ ਵਿਸ਼ਵਾਸ ਵਿੱਚ ਕੋਈ ਖੋਟ ਨਹੀਂ ਹੈਗਾ। ਪਰ ਕਰਕੇ ਦੇਖ ਲਓ, ਨਿਰਮਲ ਤੋਂ ਨਿਰਮਲ ਬੰਦਾ ਲੈ ਆਓ, ਮਤਲਬ ਕਿ ਈਮਾਨਦਾਰ ਤੋਂ ਈਮਾਨਦਾਰ ਬੰਦਾ ਲੈ ਆਓ, ਬਿਠਾ ਲਓ, ਕੋਈ ਪਾਣੀ ਰੜ ਕੇ ਮੱਖਣ ਕੱਢ ਦੇ, ਮੱਖਣ ਕਦੀ ਨਹੀਂ ਨਿਕਲੇਗਾ। ਕਹਿੰਦੇ ਜਲ ਬਿਲੋਵੇ ਜਲ ਮਥੈ, ਤਤ ਲੋੜ ਹੈ ਅੰਧ ਅਗਿਆਨਾ। ਗੁਰੂ ਦੇ ਗਿਆਨ ਤੋਂ ਵੀ ਹੋਣਾ ਅੰਨਾ ਮਨੁੱਖ, ਅਗਿਆਨੀ ਮਨੁੱਖ ਜਲ ਨੂੰ ਰਿੜਕਦਾ, ਜਲ ਵਿੱਚ ਮਧਾਣੀ ਫੇਰਦਾ, ਤੇ ਤਤ ਲੋੜ ਹੈ, ਤੇ ਲੋਚਦਾ ਕੀ ਹੈ ਕਿ ਮੱਖਣ ਨਿਕਲਿਆ ਹੋਵੇ। ਕਹਿੰਦੇ ਨਹੀਂ, ਕਹਿੰਦੇ ਗੁਰਮਤੀ ਦਦ ਮੱਥੀ ਹੈ। ਗੁਰਮਤ ਨੂੰ ਗੁਰੂ ਸਾਹਿਬ ਨੇ ਦਦ ਆਖਿਆ, ਦਹੀਂ ਆਖਿਆ, ਦੁੱਧ ਆਖਿਆ। ਸੋ ਜਦੋਂ ਗੁਰਮਤ ਦੇ ਲੈ ਕੇ, ਅਰਥਾਤ ਗੁਰਮਤ ਨੂੰ ਪੜ੍ਹ ਕੇ ਜਦੋਂ ਸੁਰਤ ਮੰਡਲ ਵਿੱਚ ਰਿੜਕਿਆ ਜਾਂਦਾ, ਤੇ ਫਿਰ ਕੀ ਹੈ, ਅੰਮ੍ਰਿਤ ਪਾਈਏ ਨਾਮ ਨਿਧਾਨਾ, ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਮਨਮੁਖ ਤਤ ਨਾ ਜਾਣਨੀ, ਮਨ ਦੇ ਮੁਰੀਦ ਨੂੰ ਇਸ ਤੱਤ ਦੀ
ਇਸ ਭੇਤ ਦੀ ਸਮਝ ਹੀ ਨਹੀਂ ਪੈਂਦੀ ਤੇ ਪਸ਼ੂਆਂ ਵਾਲੇ ਪਸ਼ੂ ਮਾਹੇ ਸਮਾਨਾ, ਉਹਦੀ ਸੁਰਤ ਜਿਹੜੀ ਹੈ ਉਹ ਪਸ਼ੂ ਬਿਰਤੀ ਵਾਂਗੂ ਹੀ ਬਣੀ ਰਹਿੰਦੀ ਹੈ। ਸ਼ਲੋਕ ਮਹਲਾ ਵਿੱਚ ਗੁਰੂ ਸਾਹਿਬ ਨੇ ਪੂਜਾ ਦੀ ਵਿਧੀ ਬੜੀ ਵਧੀਆ ਸਮਝਾਉਂਦੇ ਨੇ। ਕਹਿੰਦੇ ਸੱਚ ਵਰਤ, ਸੱਚ ਨੂੰ ਵਰਤ ਬਣਾ, ਸੰਤੋਖ ਤੀਰਥ, ਸੰਤੋਖ ਨੂੰ ਤੀਰਥ ਬਣਾ, ਗਿਆਨ ਧਿਆਨ ਇਸ਼ਨਾਨ, ਗੁਰੂ ਦਾ ਗਿਆਨ ਤੇ ਉਸ ਗਿਆਨ ਰਾਹੀਂ ਜੁੜਿਆ ਧਿਆਨ, ਇਹਨੂੰ ਬਣਾ ਇਸ਼ਨਾਨ, ਦਇਆ ਦੇਵਤਾ, ਦਇਆ ਲੈ ਕੇ ਆ, ਇਹਨੂੰ ਬਣਾ ਆਪਣਾ ਇਸ਼ਟ, ਖਿਮਾ ਜਪ ਮਾਲੀ, ਖਿਮਾ ਕਰ ਦੇਣ ਦੀ ਬਿਰਤੀ ਨੂੰ ਆਪਣੀ ਮਾਲਾ ਬਣਾ, ਸਿਮਰਨੀ ਬਣਾ, ਤੇ ਮਾਨਸ ਪ੍ਰਧਾਨ। ਇਹੋ ਜਿਹੇ ਮਨੁੱਖ ਬੜੇ ਪ੍ਰਧਾਨ ਹੁੰਦੇ ਹਨ। ਜੁਗਤ ਧੋਤੀ, ਪੂਜਾ ਦੇ ਵੇਲੇ ਜਿਹੜੇ ਬ੍ਰਾਹਮਣ ਲੋਕ ਸਪੈਸ਼ਲ ਧੋਤੀ ਪਾਉਂਦੇ ਨੇ। ਜੀਵਨ ਜੀਉਣ ਦੀ ਜੁਗਤ, ਗੁਰੂ ਕੋਲ ਸਿੱਖ ਕੇ ਇਹ ਬਣਾ ਧੋਤੀ। ਸੁਰਤ ਚੌਂਕਾ, ਜਿਵੇਂ ਚੌਂਕੇ ਨੂੰ ਸੁੱਚਾ ਕੀਤਾ ਜਾਂਦਾ ਹੈ, ਕਹਿੰਦੇ ਇਸ ਤਰ੍ਹਾਂ ਆਪਣੀ ਸੁਰਤ ਮੰਡਲ ਨੂੰ ਸੁੱਚਾ ਕਰ, ਇਹ ਚੋਂ ਵਿਕਾਰਾਂ ਨੂੰ ਹਟਾ, ਮਾੜੇ ਵਿਚਾਰਾਂ ਨੂੰ ਹਟਾ। ਤਿਲਕ ਕਰਨੀ ਹੋਏ, ਤਿਲਕ ਲਾਣਾ ਹੈ, ਉਹ ਉੱਚੇ ਸੁੱਚੇ ਕਰਨੀ ਦਾ ਲਾ, ਜੀਵਨ ਦਾ ਲਾ। ਭਾਉ ਭੋਜਨ ਨਾਨਕਾ, ਤੇ ਜਿਹੜਾ ਭੋਜਨ ਹੈ, ਭੋਜਨ ਤਿਆਰ ਕਰਨਾ ਹੈ ਉਹ ਪੂਜਾ ਵਾਸਤੇ, ਉਹਨੂੰ ਬਣਾ ਪ੍ਰੇਮ। ਵਿਰਲਾ ਤਾਂ ਕੋਈ ਕੋਈ, ਭਾਈ ਕੋਈ ਵਿਰਲਾ ਭਾਗਾਂ ਵਾਲਾ ਇਹੋ ਜਿਹੀ ਪੂਜਾ ਜਿਹੜੀ ਹੈ ਉਹ ਕਰਦਾ ਹੈ। ਤੀਰਥਾਂ ਵਾਰਾਂ ਦੀ ਵਿਚਾਰ, ਮੈਂ ਬਸ ਇੱਥੇ ਤੁਹਾਨੂੰ ਸਮਾਂ ਥੋੜਾ ਹੋ ਰਿਹਾ, ਮੈਂ ਸਿਰਫ ਹਵਾਲੇ ਦੇ ਦੇਣਾ ਕਿ ਬੇ ਦਾ ਮਤਲਬ 2 ਤੇ 10 ਮੈਨੇ 10, ਸੋ ਬੇ 10 ਦਾ ਮਤਲਬ ਹੋ ਗਿਆ 12 ਮਹੀਨੇ, ਰੁੱਤਾਂ, ਥਿੱਤਾਂ, ਵਾਰ, ਘੜੀ, ਮੂਰਤ, ਸਾਰੇ ਉਸ ਮਨੁੱਖ ਲਈ ਭਲੇ ਹੁੰਦੇ ਨੇ ਜਿਹੜਾ ਵਾਹਿਗੁਰੂ ਦੇ ਨਾਲ ਦੋਸਤੀ ਪਾ ਲੈਂਦਾ ਹੈ, ਕਿਉਂਕਿ ਸਾਰੇ ਉਸ ਅਕਾਲ ਪੁਰਖ ਦੇ ਰਚੇ ਹੋਏ ਨੇ। ਸੋ ਗੁਰੂ ਦਾ ਸਿੱਖ ਜਿਹੜਾ ਹੈ, ਮੈਂ ਦੇਖਿਆ ਹੁਣ ਵਿਆਹਾਂ ਦਾ ਸੀਜ਼ਨ ਹੈ ਤੇ ਲੋਕੀ ਐਸੇ ਮਤਲਬ ਕਿ ਉਹ ਸਿਰ ਪਰਨੇ ਹੋਏ ਪਏ ਨੇ। ਜੇ ਗੁਰਦੁਆਰੇ 4 ਫੰਕਸ਼ਨ ਹੈਗੇ ਨੇ, ਫਲਾਨਾ ਪੈਲਸ ਜਗ੍ਹਾ ਨਹੀਂ ਮਿਲ ਰਹੀ, ਫਲਾਨੇ ਗੁਰਦੁਆਰੇ 'ਚ ਇੰਨੇ ਫੰਕਸ਼ਨ ਨੇ, ਤੇ ਮੈਂ ਕਿੰਨਾ ਸੌਖਾ ਹੋਵੇ ਜੇ ਗੁਰੂ ਦੀ ਬਾਣੀ ਪੜ੍ਹ ਕੇ ਅਸੀਂ ਇੰਨੇ ਤਗੜੇ ਹੋ ਜਾਈਏ, ਇੰਨੇ ਸਿਆਣੇ ਹੋ ਜਾਈਏ ਕਿ ਗੁਰਸਿੱਖਾਂ ਦੇ ਵਿਆਹ ਸ਼ਰਧਾ ਵਾਲੇ ਦਿਨ 'ਚ ਹੋਣ ਲੱਗ ਜਾਣ, ਤੇ ਬੜੇ ਆਰਾਮ ਦੇ ਨਾਲ ਇਹ ਜਿਹੜੇ ਵਿਆਹ ਨੇ ਸਾਡੇ ਬੜੇ ਸੌਖੇ, ਸਸਤੇ ਤੇ ਬਿਨਾਂ ਕਿਸੇ ਭੀੜ ਭੜੱਕੇ ਤੋਂ ਹੋਣ ਲੱਗ ਜਾਣਗੇ। ਸੋ ਥਿੱਤਾਂ ਵਾਰਾਂ ਦੀ ਵਿਚਾਰਾਂ ਤੋਂ ਬਚੀਏ। ਜੋਤਿਸ਼ ਦੇ ਬਾਰੇ ਗੁਰੂ ਸਾਹਿਬ ਨੇ ਕਹਿੰਦੇ ਝੂਠ ਨਾ ਬੋਲ ਪਾਂਡੇ, ਪੰਡੇ ਨੂੰ ਸਿੱਧਾ ਹੀ ਕਹਿਤਾ ਵੀ ਪੰਡੇ ਇਹ ਮੂਰਤ ਕੱਢਣ ਦਾ ਝੂਠ ਨਾ ਬੋਲ, ਸੱਚ ਕਹੀ ਹੈ। ਫਿਰ ਕਹਿੰਦੇ ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੇ ਸੁਣਾਵੇ ਤਤ ਨ ਚੀਨੀ। ਤੂੰ ਗਣਿਤ ਕਰ ਕਰਕੇ, ਜੋਤਸ਼ੀ ਦਾ ਗਣਿਤ ਕਰਕੇ ਕਾਂਡੀ ਕੀਨੀ ਜਨਮ ਪੱਤਰੀ ਬਣਾਉਣਾ, ਉਹਨੂੰ ਪੜ੍ਹਦਾ ਤੇ ਜਜਮਾਨ ਨੂੰ ਸੁਣਾਉਣਾ, ਪਰ ਤੂੰ ਜੀਵਨ ਦੇ ਅਸਲੀਅਤ ਨੂੰ ਨਹੀਂ ਸਮਝਦਾ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨ ਸਗਲੀ ਛਾਰ। ਮੈਂ ਤੇ ਸਭ ਤੋਂ ਉੱਤਮ ਚੀਜ਼ ਨੂੰ, ਸਭ ਤੋਂ ਉੱਪਰਲੀ ਸਿਖਰਲੀ ਚੀਜ਼ ਨੂੰ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਕਹਿੰਦਾ, ਹੋਰ ਕਥਨੀ ਬਦੋ, ਮੈਂ ਹੋਰ ਕਿਸੇ ਗੱਲ ਨੂੰ ਨਹੀਂ ਮੰਨਦਾ। ਸਗਲੀ ਛਾਰ, ਗੁਰੂ ਸ਼ਬਦ ਦੇ ਵਿਚਾਰ ਤੇ ਬਾਕੀ ਸਾਰੀਆਂ ਗੱਲਾਂ ਸਵਾਹ ਦੇ ਤੁਲ ਹਨ। ਇਹ ਭਵਿੱਖ ਕਿੰਨਾ ਅਨਸਰਟਨ ਹੈ, ਭਵਿੱਖ ਵਿੱਚ ਕਿੰਨੀ ਅਨਿਸ਼ਚਿਤਤਾ ਹੈ, ਗੁਰੂ ਸਾਹਿਬ ਸ਼ਲੋਕ ਰਾਹੀਂ ਸਮਝਾਉਂਦੇ ਨੇ। ਕਹਿੰਦੇ ਕੋਈ ਵਾਹੇ, ਕੋਈ ਵਾਹੁੰਦਾ ਹੈ ਖੇਤ ਨੂੰ, ਕੋਹ ਲੁਣਾ ਤੇ ਉਹਨੂੰ ਵੱਢਣ ਵਾਲਾ ਕੋਈ ਹੋਰ ਹੁੰਦਾ। ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਅੱਜ ਵਾਹੀ ਕੀਤੀ ਹੈ, ਬੀਜ ਬੀਜਿਆ, ਜਦੋਂ ਫਸਲ ਪੱਕੇਗੀ ਇਹਨੂੰ ਵੱਢੇਗਾ ਕੌਣ। ਕੋਹ ਲੁਣਾ, ਕੋਹ ਪਾਏ ਖਲਹਾਨ, ਤੇ ਖਲਹਾਨ ਦੇ ਵਿੱਚ, ਖਲਵਾੜੇ ਵਿੱਚ ਕੋਈ ਹੋਰ ਲੈ ਕੇ ਜਾਂਦਾ ਹੈ। ਨਾਨਕ ਏਵ ਨਾ ਜਾਪੇ ਕੋਈ ਖਾਏ ਨਿਦਾਨ। ਨਿਦਾਨ ਦਾ ਮਤਲਬ ਇੱਥੇ ਨਿਦਾਨ ਨਹੀਂ ਹੈਗਾ, ਨਿਦਾਨ ਹੈਗਾ। ਨਿਦਾਨ ਮਾਨੇ ਓੜਕ ਨੂੰ, ਅੰਤ ਨੂੰ ਉਹ ਦਾਣੇ ਕਿਹਦੇ ਢਿੱਡ ਵਿੱਚ ਜਾਣੇ ਨੇ, ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਇਸ ਕਰਕੇ ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਕਿ ਹੈ ਨਾਨਕ, ਜੋ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਅਸੀਂ ਕੁਝ ਨਹੀਂ ਦੱਸ ਸਕਦੇ। ਅੰਤ ਨ ਜਾਪੈ ਕਿਆ ਮਨ ਮੰਤ, ਅਕਾਲ ਪੁਰਖ ਪਰਮਾਤਮਾ ਦੇ ਮਨ ਵਿੱਚ ਕਿਹੜਾ ਮੰਤਰ ਚੱਲ ਰਿਹਾ ਹੈ, ਅੱਗੇ ਕੀ ਹੋਣ ਵਾਲਾ ਹੈ, ਇਹਦੇ ਬਾਰੇ ਕੋਈ ਬੰਦਾ ਵਿਚਾਰ ਨਹੀਂ ਦੇ ਸਕਦਾ। ਸੋ ਸਾਨੂੰ ਇਹ ਆਦਤ ਪਾਣੀ ਚਾਹੀਦੀ ਹੈ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਮੇਰਾ ਵੀਰ ਜੀ ਸਮੇਂ ਦੀ ਸਮਾਪਤੀ ਹੈ ਤੇ ਅਸੀਂ ਕਲਾਸ ਇੱਥੇ ਹੀ ਸਮਾਪਤ ਕਰ ਦਿੰਦੇ ਹਾਂ। 2-3 ਸਲਾਈਡਾਂ ਹੋਰ ਸੀ, ਉਹ ਫਿਰ ਰਹਿਣ ਦਿੰਦੇ ਹਾਂ, ਉਹ ਫਿਰ ਕਦੀ ਕਰ ਲਵਾਂਗੇ। ਠੀਕ ਹੈ ਜੀ, ਉਹ ਅਗਲੀ ਕਿਸੇ ਹੋਰ ਕਲਾਸ ਵਿੱਚ ਲੈ ਲਵਾਂਗੇ। ਹਾਂ, ਕਿਉਂਕਿ ਸਮੇਂ ਦੀ ਪਾਬੰਦੀ 'ਚ ਰਹੀਏ, ਤੇ ਥੋੜਾ ਵੱਡਾ ਵਿਸ਼ਾ ਸੀਗਾ ਤੇ ਮੈਂ ਇੱਥੇ ਹੀ ਆਪਣੀ ਕਲਾਸ ਨੂੰ ਸਮਾਪਤ ਕਰਦਾ ਕਿਉਂਕਿ ਸਮਾਂ ਸਮਾਪਤ ਹੋ ਗਿਆ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।